ਮੁੱਦਾ ਦੇ ਅੱਜ ਦੇ ਐਪੀਸੋਡ ਦੇ ਵਿੱਚ ਇੱਕ ਵਾਰ ਫਿਰ ਸਵਾਗਤ ਹੈ ਜੀ ਪੀਡੀਸੀ ਨੈਟਵਰਕ ਦੇ ਦਰਸ਼ਕਾਂ ਦਾ। ਔਰ ਬੀਤੇ ਦਿਨ ਅਸੀਂ ਗੱਲ ਕਰ ਰਹੇ ਸੀ ਪ੍ਰੋਫੈਸਰ ਕ੍ਰਾਂਤੀਪਾਲ ਹੋਰਾਂ ਦੇ ਨਾਲ, ਜਿਹੜੇ ਕਿ ਪੰਜਾਬੀ ਦੇ ਪਬਲਿਸ਼ਰ ਨੇ, ਕਹਾਣੀ ਪੰਜਾਬ ਦੇ ਸਵਰਗੀ ਰਾਮ ਸਰੂਪ ਅਣਖੀ ਹੋਰਾਂ ਦੇ ਸਪੁੱਤਰ ਨੇ ਔਰ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ ਵਿੱਚ ਪੜ੍ਹਾਈ ਕਰਾ ਰਹੇ ਨੇ। ਅਤੇ ਸਾਡੇ ਸਵਾਲਾਂ ਦੀ ਲੜੀ ਚੱਲ ਰਹੀ ਹੈ ਪੰਜਾਬ ਦੇ ਮੌਜੂਦਾ ਹਾਲਾਤ ਅਤੇ ਪੰਜਾਬੀ ਲੇਖਣੀ ਦੇ ਸਾਰੋਕਾਰਾਂ ਦੇ ਉੱਤੇ। ਭਾਈ ਜਦੋਂ ਅਸੀਂ ਇਹ ਸਾਰੀਆਂ ਗੱਲਾਂ ਕਰਦੇ ਹਾਂ, ਅਸੀਂ ਇਹ ਵੀ ਕੋਸ਼ਿਸ਼ ਕਰਦੇ ਹਾਂ ਕਿ ਇਲਜ਼ਾਮ ਦੇਖੀ ਕਿਤੇ ਧਰਿਆ ਜਾ ਸਕਦਾ ਹੈ ਨਾ, ਪੱਤਰਕਾਰਾਂ ਦੀ ਆਦਤ ਜ਼ਿਆਦਾ ਹੁੰਦੀ ਹੈ, ਮੈਨੂੰ ਪਤਾ ਆ ਸਾਡੀ। ਉਹਦੇ ਵਿੱਚ ਤੁਹਾਨੂੰ ਇਹ ਲੱਗਦਾ ਹੈ, ਜਿੱਦਾਂ ਹੁਣ ਤੁਸੀਂ ਇੱਕ ਟ੍ਰੈਜਡੀ ਦੀ ਗੱਲ ਕੀਤੀ ਹੈ ਕਿ ਇੱਕ ਤੇ ਪਾਸੇ ਕੰਟੈਂਟ ਦਾ ਪ੍ਰੋਬਲਮ ਹੈ, ਦੂਜੇ ਪਾਸੇ ਲੇਖਕ ਨੂੰ ਆਪਣੇ ਛਪਣ ਦੀ ਪ੍ਰੋਬਲਮ ਹੈ, ਤੀਜੇ ਪਾਸੇ ਪਬਲਿਸ਼ਰ ਨੂੰ ਹੈ ਕਿ ਉਹ ਕਿੰਨਾ ਕੁ ਮਹਿੰਗਾ ਪੈ ਰਿਹਾ ਉਹਨੂੰ ਛਾਪਣਾ, ਕਮਾਈ ਦੇ ਤੇ ਚਾਂਸਸ ਹੀ ਘੱਟ ਹੈ। ਤਾਂ ਜਿਹੜਾ ਲਿਖਣ ਵਾਲਾ ਖੁਦ ਆ ਉਹਦੇ ਵੀ ਰੋਜ਼ੀ ਰੋਟੀ ਦਾ ਮਸਲਾ ਹੈਗਾ ਆ, ਉਹ ਕਿਹਦੇ ਤੋਂ ਕਮਾਏਗਾ? ਨੌਕਰੀ ਕਰਕੇ ਕਮਾ ਕੇ ਲਿਖੇਗਾ ਜਾਂ ਉਹਨੂੰ ਲੇਖਣੀ ਤੋਂ ਕਮਾਉਣ ਦੇ ਮੇਰੇ ਖਿਆਲ ਹਾਲਾਤ ਹੁਣ ਪੰਜਾਬ 'ਚ ਨਹੀਂ ਹੈ। ਤਾਂ ਉਹ ਕਿੱਡੀ ਵੱਡੀ ਟ੍ਰੈਜਡੀ ਹੈ, ਕਿੰਨਾ ਵੱਡਾ ਚੈਲੰਜ ਹੈ ਉਹ ਪੰਜਾਬੀ ਲੇਖਣੀ ਦੇ ਮੌਜੂਦਾ ਤਰਾਸਦੀ ਦੇ ਉੱਤੇ? ਨਹੀਂ, ਇਹ ਮੈਨੂੰ ਲੱਗਦਾ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਹੈਗੀ, ਕਿਉਂਕਿ ਇਹ ਵੀ ਲੇਖਕ ਨੇ ਖੁਦ ਮਾਹੌਲ ਪੈਦਾ ਕੀਤਾ ਹੈ। ਜਦੋਂ ਪਬਲਿਸ਼ਰ ਨੂੰ ਪਹਿਲਾਂ ਜਿੰਨੇ ਵੀ ਲੇਖ ਸੀਗੇ, ਜਿਨ੍ਹਾਂ ਦੀਆਂ ਰਚਨਾਵਾਂ ਪੜ੍ਹੀਆਂ ਜਾਂਦੀਆਂ ਸੀਗੀਆਂ, ਉਹ ਹੁਣ ਵੀ ਵਿਕਦੇ ਨੇ। ਇਸ ਤਰ੍ਹਾਂ ਦੀ ਨਹੀਂ ਹੈਗਾ, ਕਿਉਂਕਿ ਉਹ ਹੁਣ ਵੀ ਉਹਨਾਂ ਨੂੰ ਸਾਹਿਬ ਨੂੰ ਵੀ ਖਰੀਦਿਆ ਜਾ ਰਿਹਾ, ਨਾਨਕ ਸਿੰਘ ਨੂੰ ਖਰੀਦਿਆ ਜਾ ਰਿਹਾ, ਕਮਲ ਸਾਹਿਬ ਨੂੰ ਖਰੀਦਿਆ ਜਾ ਰਿਹਾ, ਸ਼ਿਵ ਖਰੀਦਿਆ ਜਾ ਰਿਹਾ, ਪਾਸ਼ ਖਰੀਦਿਆ ਜਾ ਰਿਹਾ, ਸੰਤਰਾਮ ਉਦਾਸੀ ਖਰੀਦਿਆ ਜਾ ਰਿਹਾ। ਤੁਹਾਡੀ ਰਚਨਾ ਦੇ ਵਿੱਚ ਜੇ ਦਮ ਹੈ ਤਾਂ ਤੁਹਾਨੂੰ ਜ਼ਰੂਰ ਬੰਦੇ ਲੱਭ ਲੈਣਗੇ। ਇੱਕ ਤਾਂ ਇਹ ਗੱਲ ਹੈ। ਦੂਸਰੀ ਗੱਲ ਇਹ ਹੈਗੀ ਹੈ ਕਿ ਦੇਖੋ, ਪਬਲਿਸ਼ਰ ਜਿਹੜਾ ਹੈਗਾ ਹੈ, ਜਦੋਂ ਤੁਸੀਂ ਪੈਸਾ ਲੈ ਕੇ ਕੱਚ ਘੜ ਰਚਨਾ ਉਹਦੇ ਕੋਲ ਲੈ ਜਾਓਗੇ, ਉਹ ਸਥਾਪਿਤ ਲੇਖਕ ਨੂੰ ਵੀ ਛਾਪਣਾ ਬੰਦ ਕਰ ਦਿੰਦਾ। ਸਥਾਪਿਤ ਲੇਖ ਨੂੰ ਛਾਪਣ ਲਈ ਉਹਦੇ ਘਰ ਦੇ ਜੇ ਜਿਉਂਦਾ ਤਾਂ ਠੀਕ ਹੈ, ਨਹੀਂ ਉਹਦੇ ਘਰ ਦੇ ਨੂੰ ਰੈਲਟੀ ਦੇਣੀ ਪੈਂਦੀ ਹੈ। ਹੁਣ ਕੀ ਹੈ, ਬਿਲਕੁਲ ਹੁਣ ਕਾਰਨ ਇਹ ਹੈ ਵੀ ਆਉਣ ਵਾਲੇ ਸਮੇਂ ਦੇ ਵਿੱਚ ਨਾ ਗੁਰਦਿਆਲ ਦੀ ਕੋਈ ਕਿਤਾਬ ਮਿਲੇਗੀ ਕਿਤੋਂ, ਨਾ ਅਣਖੀ ਦੀ ਮਿਲੇਗੀ, ਨਾ ਬੂਟਾ ਸਿੰਘ ਸ਼ਾਹ ਦੀ ਮਿਲੇਗੀ, ਨਾ ਬਲਦੇਵ ਦੀ ਮਿਲੇਗੀ ਆਉਣ ਵਾਲੇ ਸਮੇਂ। ਹੁਣ ਵੀ ਇਹ ਹਾਲਾਤ ਹੋ ਰਹੇ ਨੇ, ਲੋਕਾਂ ਨੇ PDF ਕਿਤਾਬਾਂ ਸ਼ੇਅਰ ਕਰਨੀਆਂ ਸ਼ੁਰੂ ਕਰ ਦਿੱਤੀਆਂ ਕਿਉਂਕਿ ਹਾਰਡ ਕਾਪੀ ਮਿਲਣੀ ਔਖੀ ਹੈ। ਬਿਲਕੁਲ ਹਾਂ, ਉਹਦਾ ਕਾਰਨ ਕੀ ਹੈ? ਕਿਉਂਕਿ ਲੇਖ ਜਿਹੜਾ ਪਬਲਿਸ਼ਰ ਹੈ, ਪਬਲਿਸ਼ਰ ਇਹ ਚਾਹੁੰਦਾ ਹੈ ਵੀ ਮੈਂ ਮਤਲਬ ਕਿ ਕਿਉਂ ਕਿਤਾਬ ਛਾਪਾਂ ਇਹ, ਕਿਉਂਕਿ ਪਬਲਿਸ਼ਰ ਦਾ ਕੰਮ ਜਿਹੜਾ ਹੈਗਾ ਉਹ ਕੌਮ ਨੂੰ ਸੁਧਾਰਨਾ ਨਹੀਂ ਹੁੰਦਾ, ਉਹਦਾ ਕੰਮ ਤਾਂ ਵਪਾਰੀ ਹੈ ਜੀ, ਉਹਦਾ ਵਪਾਰੀ ਹੈ। ਹੁਣ ਆਪਾਂ ਉਹਨੂੰ ਕੁਝ ਕਹਿ ਵੀ ਨਹੀਂ ਸਕਦੇ, ਆਪਾਂ ਗਾਲ ਵੀ ਨਹੀਂ ਕੱਢ ਸਕਦੇ, ਉਹਨੂੰ ਕੁਝ ਨਹੀਂ ਕਹਿ ਸਕਦੇ ਉਹ, ਕਿਉਂਕਿ ਉਹਦਾ ਕੰਮ ਜਿਹੜਾ ਹੈਗਾ ਉਹ ਸਿਰਫ ਵਪਾਰ ਚਲਾਉਣਾ ਹੈ ਔਰ ਵਪਾਰ ਦੇ ਵਿੱਚ ਉਹਨੇ ਮੁਨਾਫਾ ਦੇਖਣਾ, ਉਹਨੇ ਨਹੀਂ ਦੇਖਣਾ ਕੌਮ ਸੁਧਰਦੀ ਜਾਂ ਨਹੀਂ ਸੁਧਰਦੀ। ਹੁਣ ਜਦੋਂ ਕੋਈ ਬੰਦਾ ਪੈਸੇ ਦੇ, ਕਿਉਂਕਿ ਲੋਕ, ਮੈਂ ਉਹੀ ਗੱਲ ਹੈ ਕਿ ਬਹੁਤੇ ਲੋਕ ਲੇਖਣੀ ਦੇ ਪੱਧਰ ਤੇ ਸ਼ੌਂਕੀਆ ਵਿਚਰਦੇ ਨੇ, ਜਿਵੇਂ ਸ਼ੌਂਕੀਆ ਕਬੂਤਰ ਉਡਾਉਣ ਦਾ ਸ਼ੌਂਕ ਹੁੰਦਾ ਨਾ, ਰਚਨਾ ਲਿਖਣੀ ਸ਼ੌਂਕ ਨਹੀਂ ਹੁੰਦਾ, ਇਹ ਜ਼ਿੰਮੇਵਾਰੀ ਹੁੰਦੀ ਹੈ। ਜੇ ਕਿਉਂਕਿ ਸ਼ੌਂਕ ਦੀ ਪੱਧਰ ਵੀ ਨੀਵੀਂ ਹੁੰਦੀ ਹੈ, ਜਦੋਂ ਤੁਸੀਂ ਕਿਸੇ ਚੀਜ਼ ਨਾਲ ਜ਼ਿੰਮੇਵਾਰੀ ਨਾਲ ਜੁੜਦੇ ਹੋ ਤਾਂ ਉਹ ਤੁਹਾਡੀ ਪੱਧਰ ਵੱਡੀ ਵੀ ਹੁੰਦੀ ਹੈ। ਹੁਣ ਉਹ ਕੀ ਕਰਦਾ, ਜਿਹੜਾ ਪਬਲਿਸ਼ਰ ਹੈ, ਉਹ ਪਬਲਿਸ਼ਰ ਜਿਹੜਾ ਹੈਗਾ ਉਹਦਾ ਨਾਂ ਵੱਡੇ ਲੇਖਕਾਂ ਕਰਕੇ ਬਣਦਾ ਹੈ। ਇੱਕ ਵੱਡਾ ਪਬਲਿਸ਼ਰ ਉਦੋਂ ਹੀ ਹੋਏਗਾ ਜਦੋਂ ਵੱਡੇ ਲੇਖਕਾਂ ਨੂੰ ਛਾਪੇਗਾ। ਵੱਡੇ ਲੇਖ ਦੀ ਪਰਿਭਾਸ਼ਾ ਇਹ ਜਿਹੜੇ ਜ਼ਿੰਮੇਵਾਰ ਲੇਖਕ ਨੇ, ਜਿਨ੍ਹਾਂ ਦੀਆਂ ਰਚਨਾਵਾਂ ਨੂੰ ਲੱਭ ਕੇ ਪਾਠ ਪੜ੍ਹਦੇ ਨੇ। ਹੁਣ ਉਹ ਪਬਲਿਸ਼ਰਾਂ ਨੇ ਨਾਂ ਤਾਂ ਬਣਾ ਲਿਆ ਆਪਣਾ, ਰਾਈਟ। ਉਹਦੇ ਕੋਲ ਇੱਕ ਲੇਖ, ਇਹ ਜਿਵੇਂ ਕਲਾਕਾਰ ਗਾਇਕ ਨੇ, ਬਸ ਜਿਵੇਂ ਫਿਲਮ ਵਾਲੇ ਨੇ ਵੀ ਵੱਡੇ ਬੈਨਰ ਥੱਲੇ ਫਿਲਮ ਆਉਣੀ ਚਾਹੀਦੀ ਹੈ, ਵੱਡੀ ਕੰਪਨੀ ਸਾਨੂੰ ਮਤਲਬ ਲਾਂਚ ਕਰਿਆ ਥਾ ਗਾਇਕ ਨੂੰ, ਐਂ ਲੇਖ ਚਾਹੁੰਦਾ ਵੀ ਵੱਡਾ ਜਿਹੜਾ ਪਬਲਿਸ਼ਰ ਹੈ ਨਾ, ਫਲਾਣਾ ਪਬਲਿਸ਼ਰ, ਉਹ ਮੇਰੀ ਕਿਤਾਬ ਛਾਪੇ, ਉਹਦੀ ਦਰ ਤੇ ਪਹੁੰਚ ਜਾਂਦੇ ਨੇ, ਉਹਨੂੰ ਕਹਿੰਦੇ ਜੀ ਆਪਾਂ ਕਿਤਾਬ ਛਾਪਣੀ ਹੈ ਇਹ। ਅੱਛਾ, ਉਹ ਸਿਸਟਮ ਇੱਦਾਂ ਵੀ ਉਹਦੇ ਕੋਲ ਕੋਈ ਰੀਡਰ ਵਾਲਾ ਤਾਂ ਬੰਦਾ ਰੱਖਿਆ ਨਹੀਂ ਗਾ, ਪੜ੍ਹਨ ਲਿਖਣ ਵਾਲਾ, ਜਿਹੜਾ ਕਿ ਚੈੱਕ ਕਰੇ ਉਹਨੂੰ, ਜਿਵੇਂ ਵੱਡੇ ਹਿੰਦੀ ਦੇ ਕਰਾਉਂਦੇ ਨੇ ਵੀ ਅਸੀਂ ਤੁਸੀਂ ਸਾਨੂੰ ਆਪਣਾ ਪ੍ਰੂਫ ਰੀਡਿੰਗ ਤੋਂ ਲੈ ਕੇ ਉਹਦੇ ਮਿਆਰ ਤੱਕ ਜਿਹੜਾ ਕੋਈ ਉਹਦਾ ਕੁਛ ਨਹੀਂ ਹੈ। ਉਹ ਕੀ ਹੈ, ਉਹਨੂੰ ਐ ਨਹੀਂ ਹੈ ਕਿ ਉਹਦੇ ਕੋਲ ਵੀ ਉਹ ਕਿਸ ਨੂੰ ਪੜ੍ਹਾਵੇ, ਉਹਨੂੰ ਪੜ੍ਹਾਉਣ ਦੀ ਕੀ ਲੋੜ ਹੈ? ਤੇ ਲੇਖਕ ਨੇ ਪੈਸੇ ਦੇਤੇ, ਉਹਦਾ ਹੀ ਜ਼ਿੰਮਾ ਆ ਸਾਰਾ ਕੁਝ। ਉਹਨੇ ਪੈਸੇ ਦੇਤੇ, ਉਹਦੀ ਕਿਤਾਬ ਉਹਨੇ ਛਾਪਤੀ ਚੁੱਪ ਕਰਕੇ, ਇਹ ਵੀ ਨਹੀਂ ਪਤਾ ਵੀ ਕਿੰਨੀਆਂ ਕਾਪੀਆਂ ਛਾਪੀਆਂ ਨੇਗੀਆਂ, ਸਮਝ ਗਏ ਨਾ। ਫੇਰ ਕੀ ਹੈ ਕਿ ਰਚਨਾ ਤੋਂ ਬਾਅਦ ਮੈਂ ਇੱਕ ਗੱਲ ਕਹਿਣਾ ਹੁੰਦਾ ਕਿ ਸਾਡੇ ਅਲੀਗੜ੍ਹ ਦੇ ਵਿੱਚ ਨਾ ਇਹ ਬੰਦੇ ਸ਼ੁਰੂ ਜਦੋਂ ਆਏ ਤਾਂ ਉਹ ਕਹਿੰਦੇ ਹੁੰਦੇ ਸੀ, ਕਹਿੰਦੇ ਵੀ ਨਾ ਵੀ ਕਾਮ ਮਤ ਕਰ, ਕਾਮ ਕਾ ਚਰਚਾ ਕਰ, ਇਸੇ ਬਾਤ ਕਾ ਫਿਕਰ ਕਰ। ਹੁਣ ਬੰਦੇ ਕੰਮ ਨਹੀਂ ਕਰਨਾ ਚਾਹੁੰਦੇ, ਚਰਚਾ ਕਰਨਾ ਚਾਹੁੰਦੇ ਉਹਦਾ। ਉਹ ਕੀ ਕਰਦੇ ਵੀ ਕਿਤਾਬ ਛਪ ਗਈ, ਕਿਤਾਬ ਛਪਣ ਤੋਂ ਬਾਅਦ ਉਹ ਮੰਗਲਵਾਰ ਦੇ ਭੋਗ ਵਾਂਗੂ ਵੰਡ ਦਿੰਦੇ ਨੇ ਸਭ ਨੂੰ। ਫਿਰ ਉਸ ਤੋਂ ਬਾਅਦ ਕੀ ਕਰਦੇ ਨੇ, ਉਹ ਕਹਿੰਦੇ ਨੇ ਵੀ ਹੁਣ ਆਪਾਂ ਨੂੰ ਰਿਲੀਜ਼ ਕਰਾ ਲਈਏ। ਕਈ ਇਹੋ ਜਿਹੇ ਬੰਦੇ ਵੀ ਹੈਗੇ ਨੇ ਜਿਹਨੇ ਠੇਕਾ ਲਿਆ ਹੈਗਾ, ਕਿਤਾਬ ਛਪਣ ਤੋਂ ਲੈ ਕੇ ਰਿਲੀਜ਼ ਕਰਾਉਣ ਤੋਂ ਲੈ ਕੇ ਅਖਬਾਰਾਂ 'ਚ, ਹਾਂਜੀ ਪੂਰੀ ਡੀਲ ਹੈਗਾ ਵੀ ਪੈਸਾ ਦਿਓ ਤੁਸੀਂ। ਪ੍ਰਵਾਸੀਆਂ ਦਾ ਵੀ ਇਹੀ ਹਿਸਾਬ ਕਿਤਾਬ ਹੈ, ਕਿਉਂਕਿ ਉਹ ਬੰਦੇ ਆਉਂਦੇ ਨੇ ਕਿ ਇਹ ਨਹੀਂ, ਮੈਂ ਸਾਰੇ ਪ੍ਰਵਾਸੀ ਲੇਖਕਾਂ ਨੂੰ ਨਹੀਂ ਕਹਿੰਦਾ। ਮੈਂ ਤੁਹਾਨੂੰ ਇਹ ਕਹਿਣ ਵਾਲਾ ਸੀ ਕਿ ਪ੍ਰਵਾਸੀਆਂ ਦੀ ਬਦਨਾਮੀ ਪਹਿਲਾਂ ਹੋ ਗਈ ਇੱਕ ਵਾਰੀ, ਪਰ ਮੌਜੂਦਾ ਸਮੇਂ ਦੇ ਵਿੱਚ ਮੈਨੂੰ ਲੱਗਦਾ ਕਿ ਥੋੜ੍ਹੇ ਜਿਹੇ ਕੌਸ਼ੀਅਸ ਹੋ ਗਏ ਨੇ ਲੋਕ,
ਤੇ ਉਹ ਪਹਿਲਾਂ ਮਿਆਰ ਚੈੱਕ ਕਰਦੇ ਫਿਰ ਪੜ੍ਹਨ ਦੀ ਗੱਲ ਕਰਦੇ ਆ। ਔਰ ਇੱਕ ਤਕਲੀਫ ਜਿਹੜੀ ਹੈ ਇਹ ਇੱਥੇ ਪ੍ਰਵਾਸੀ ਲੇਖਕਾਂ ਨੇ, ਜਿਹਨਾਂ ਨੂੰ ਅਸੀਂ ਪ੍ਰਵਾਸੀ ਕਹਿ ਰਹੇ ਹਾਂ, ਇਹੀ ਜ਼ਾਹਰ ਕੀਤੀ ਵੀ ਤੁਸੀਂ ਸਾਨੂੰ ਪਹਿਲਾਂ ਤਾਂ ਇਹ ਦੱਸੋ ਕਿ ਕਿਸੇ ਵੀ ਸੈਮੀਨਾਰ ਦੇ ਸਾਨੂੰ ਪ੍ਰਵਾਸੀ ਲੇਖਕ ਦੀ ਕੈਟੇਗਰੀ ਵੱਖਰਾ ਕਿਉਂ ਰੱਖਦੇ ਹੋ? ਹੈ ਤੇ ਇਹ ਵੀ ਪੰਜਾਬੀ ਆ, ਤੇ ਇਹਨਾਂ ਨੂੰ ਪੰਜਾਬੀ ਲੇਖਕ ਹੀ ਕਿਉਂ ਨਹੀਂ ਗਿਣਿਆ ਜਾ ਰਿਹਾ? ਸਿਰਫ ਇਹ ਦੱਸ ਕੇ ਵੀ ਇਹ ਕੈਨੇਡਾ ਰਹਿੰਦਾ ਜਾਂ ਤੇ ਇਹ ਮੋਹਾਲੀ ਰਹਿੰਦਾ ਹੈ। ਨਹੀਂ, ਉਹਦਾ ਕਾਰਨ ਇੱਕ ਹੋਰ ਵੀ ਹੈ। ਮੈਂ ਕਦੇ ਕਦੇ ਸੋਚਦਾ ਹੁੰਦਾ ਵੀ ਪ੍ਰਵਾਸੀ ਜਿਹੜੇ ਲੇਖਕ ਨੇ ਪੰਜਾਬੀ 'ਚ ਲਿਖਦੇ ਨੇ, ਉਹ ਕਿਹਨਾਂ ਲਈ ਲਿਖਦੇ ਨੇ? ਜਿਵੇਂ ਫਰਜ਼ ਕੋ ਤੁਹਾਡਾ, ਮੈਨੂੰ ਕੋਈ ਦੁੱਖ ਹੈ, ਪਾਠਕ ਤਾਂ ਹਰ ਥਾਂ ਹੈ ਨਾ। ਨਹੀਂ, ਮੈਨੂੰ ਫਰਕ ਦੁੱਖ ਹੈ, ਮੈਂ ਦੁੱਖ ਤੁਹਾਨੂੰ ਆਪਣਾ ਸੁਣਾ ਰਿਹਾ, ਕਿਉਂਕਿ ਉਹ ਜਿਸ ਜਨਰੇਸ਼ਨ ਲਈ ਲਿਖ ਰਹੇ ਨੇ ਉਹ ਜਨਰੇਸ਼ਨ ਦਾ ਪੰਜਾਬੀ ਪੜ੍ਹਦੀ ਹੀ ਨਹੀਂ। ਉਹ ਜੋ ਲਿਖਦੇ ਨੇ ਉਹ ਇਹ ਉਹਨਾਂ ਦੀ ਇੱਛਾ ਇਹ ਹੁੰਦੀ ਹੈ ਵੀ ਅਸੀਂ ਪੰਜਾਬ 'ਚ ਉੱਥੇ ਕਬੂਲੇ ਜਾਈਏ, ਉੱਥੇ ਸਾਨੂੰ ਕਬੂਲ ਕਰੇ। ਲਿਖਦੇ ਇੱਥੋਂ ਦੀ ਨੇ ਉਹ ਸਮੱਸਿਆ। ਹੁਣ ਇੱਕ ਹੋਰ ਨਵੀਂ ਸਮੱਸਿਆ ਸ਼ੁਰੂ ਹੋਈ ਹੈ ਪਿਛਲੇ ਸਾਰੇ ਮਤਲਬ ਕਿ ਸਾਹਿਤਕ ਹਲਕਿਆਂ ਦੇ ਵਿੱਚ ਵੀ, ਬੁੱਧੀਜੀਵੀ ਇਸ ਮਸਲੇ ਦੀ ਗੱਲ ਕਰਦੇ ਨੇ। ਹੁਣ ਭਾਸ਼ਾ ਕੋਈ ਮਸਲਾ ਨਹੀਂ, ਹੁਣ ਅੱਜ ਦੇ ਦੌਰ 'ਚ ਭਾਸ਼ਾ ਕੋਈ ਮਸਲਾ ਨਹੀਂ। ਬਿਲਕੁਲ, ਮਸਲਾ ਇਹ ਹੈ ਵੀ ਤੁਸੀਂ ਜਿਸ ਭਾਸ਼ਾ 'ਚ ਲਿਖ ਰਹੇ ਹੋ ਉਹ 'ਚ ਕੀ ਲਿਖ ਰਹੇ ਹੋ। ਹਾਂ, ਮਿਆਰ ਕੀ ਹੈ, ਤੁਹਾਡਾ ਕੋਈ ਪੱਧਰ ਹੈ, ਕੋਈ ਤੁਹਾਡੀ ਰਚਨਾ 'ਚ ਦਮ ਹੈ। ਕਿਉਂਕਿ ਅਗਰ ਇਹ ਸ਼ੁਰੂ ਤੋਂ ਗੱਲ ਹੋਣੀ ਹੈ, ਲੇਕਿਨ ਇਹ ਗੱਲ ਹੁਣ ਪਿਛਲੇ ਸਮੇਂ 'ਚ ਹੈ। ਸ਼ੁਰੂ ਤੋਂ ਮੈਂ ਇਸ ਕਰਕੇ ਕਹਿਣਾ ਵੀ ਜਿਵੇਂ ਫਰਜ਼ ਕਰੋ ਕਿ ਮਹਾਤਮਾ ਗਾਂਧੀ ਨੇ ਆਪਣੀ ਆਟੋਬਾਇਓਗ੍ਰਾਫੀ ਗੁਜਰਾਤੀ 'ਚ ਲਿਖੀ, ਲੇਕਿਨ ਦੁਨੀਆ ਸਾਰੀਆਂ ਭਾਸ਼ਾਵਾਂ 'ਚ ਹੈ। ਫਿਰ ਰਸ਼ੀਅਨ ਲਿਟਰੇਚਰ 1917 ਤੋਂ ਬਾਅਦ ਆਇਆ, ਸਾਰੀਆਂ ਭਾਸ਼ਾਵਾਂ 'ਚ ਹੈ। ਗੁਰਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕੀ ਮੈਸੇਜ ਹੈ, ਸਾਰੀਆਂ ਭਾਸ਼ਾਵਾਂ ਤੁਸੀਂ ਪੜ੍ਹ ਸਕਦੇ ਹੋ। ਹੁਣ ਭਾਸ਼ਾ ਕੋਈ ਮਸਲਾ ਨਹੀਂ ਹੈ, ਮਸਲਾ ਇਹ ਵੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ। ਹੁਣ ਇਸ ਮਸਲੇ 'ਤੇ ਕਾਰਨ ਇਹ ਹੈ ਵੀ ਜਿਵੇਂ ਹੁਣ ਜਿਹੜੇ ਬਹੁਤੇ, ਮੈਂ ਤੁਹਾਨੂੰ ਇਹ ਦੱਸੀ ਜਾਣਾ ਕਿ ਬਹੁਤੇ ਬੰਦੇ ਕੀ ਕਰਦੇ ਨੇ ਕਿ ਉਹ ਸ਼ੋਹਰਤ ਲਈ ਲਿਖਦੇ ਨੇ, ਉਹਨਾਂ ਨੂੰ ਨਹੀਂ ਹੈਗਾ ਜ਼ਿੰਮੇਵਾਰੀ। ਔਰ ਉਹ ਜੋ ਤੁਸੀਂ ਕਹਿੰਦੇ ਹੋ ਭਾਸ਼ਾ ਮਸਲਾ ਨਹੀਂ, ਤੁਸੀਂ ਇਹ ਕਹਿ ਰਹੇ ਹੋ ਕਿ ਜੇ ਤੁਹਾਡੀ ਰਚਨਾ ਕੌਮਾਂਤਰੀ ਮਿਆਰ ਦੀ ਤੇ ਪੜ੍ਹੀ ਜਾਏਗੀ, ਪਰ ਸਾਡੇ ਕੋਲ ਤੇ ਟ੍ਰੈਜਡੀ ਕੌਮੀ ਮਿਆਰ ਤੱਕ ਪਹੁੰਚ ਜਾਂਦੀ ਹੈ ਜੀ, ਜਾਂ ਈਵਨ ਸੂਬੇ ਦੇ ਲੈਵਲ ਤੱਕ ਪਹੁੰਚ ਜਾਂਦੀ ਹੈ। ਤਾਂ ਫਿਰ ਅਸੀਂ ਉਹਦੇ 'ਚ ਮਿਆਰਾਂ ਦੀ ਗੱਲ ਕਰਾਂਗੇ ਜਾਂ ਪਹਿਲਾਂ ਇਹ ਦੇਖਾਂਗੇ? ਵਾਪਸ ਉਸੇ ਸਵਾਲ 'ਤੇ ਆਵਾਂਗੇ, ਸਾਰੋਕਾਰਾਂ ਦੀ ਗੱਲ ਪਹਿਲਾਂ ਕਰਾਂਗੇ ਮਿਆਰਾਂ ਨਾਲੋਂ? ਨਹੀਂ, ਸਾਰੋਕਾਰਾਂ ਦੀ ਇਹ ਅਸਲ 'ਚ ਕਾਰਨ ਕੀ ਹੈ ਨਾ, ਜਦੋਂ ਤੁਸੀਂ ਆਪਾਂ ਫਰਜ਼ ਕਰੋ ਕਿਸੇ ਚੀਜ਼ ਨਾਲ ਬੜੀ ਸ਼ਿੱਦਤ ਨਾਲ ਜੁੜਦੇ ਆ, ਜਦੋਂ ਤੁਸੀਂ ਮਿਹਨਤ ਕਰਦੇ ਹੋ ਜ਼ਰੂਰ ਰੰਗ ਲਿਆਉਂਦੀ ਹੈ। ਆਪਾਂ ਪੁਰਾਣੇ ਬੰਦੇ ਕਹਿੰਦੇ ਹੁੰਦੇ ਸੀ ਵੀ ਇਸ ਕੰਮ 'ਚ ਬਰਕਤ ਨਹੀਂ। ਉਹ ਕਿਉਂ ਕਹਿੰਦੇ ਹੁੰਦੇ ਸੀ? ਬਰਕਤ ਤਾਂ ਉਹਦੀ ਆਏਗੀ ਤੁਸੀਂ ਇਮਾਨਦਾਰੀ ਨਾਲ ਕੰਮ ਕਰੋਗੇ। ਜਦੋਂ ਇਹ ਜ਼ਰੂਰੀ ਇਮਾਨ ਦੀ ਕਮੀ ਜਿਹੜੀ ਆ ਉਹ ਜ਼ਿਆਦਾ ਵੱਡਾ ਸਵਾਲ ਹੈ। ਮੈਂ ਕਦੇ ਮੈਨੂੰ ਯਾਦ ਆ ਜਾਂਦੇ ਅਣਖੀ ਸਾਹਿਬ, ਮੈਨੂੰ ਸਾਡਾ ਜਿਹੜਾ ਬਰਨਾਲੇ ਘਰ ਹੈਗਾ, ਉਸ ਘਰ ਦੇ ਵਿੱਚ ਕੀ ਹੈ, ਸਾਡੇ ਗੁਆਂਢ ਦੇ ਵਿੱਚ ਨਾ ਦੋ ਬਲਕਿ ਜਿਹੜੇ ਹੈਗੇ ਮਿਹਨਤੀ ਕੰਮ ਕਰਨ ਵਾਲੇ ਬੰਦੇ ਰਹਿੰਦੇ ਸੀ। ਉਹ ਜਿਹੜਾ ਇੱਕ ਪਾਸੇ ਘਰ ਸੀ ਸਾਡਾ ਕੰਧ ਨਾਲ ਸਾਂਝੀ ਹੈ, ਹੁਣ ਵੀ ਹੈ ਘਰ, ਉਹ ਮੱਝਾਂ ਉਹਦੇ ਕੋਲ ਰੱਖੀਆਂ ਹੋਈਆਂ ਨੇ। ਸਾਹਮਣੇ ਜਿਹੜਾ ਕੰਮ ਹੈ ਉਹ ਰਾਜਸਥਾਨੀ ਆਏ ਹੋਏ ਨੇ ਤੇ ਉਹ ਪੂਰੀ ਕਚੌਰੀ ਦਾ ਕੰਮ ਕਰਦੇ ਨੇ। ਉਹ ਪੂਰੀ ਕਚੌਰੀ ਵਾਲੇ ਨੇ ਆਪਣਾ ਦੁਕਾਨ ਜਾ ਕੇ ਲਾਉਣੀ ਸੀ, ਮਟੀਰੀਅਲ ਆਪਦਾ ਉਹ ਉੱਥੇ ਤਿਆਰ ਕਰਦਾ ਸੀ। ਜਿਹੜਾ ਨਾਲ ਲੱਗਵੀਂ ਕੰਧ ਸੀ ਜਿੱਥੇ ਅਣਖੀ ਸਾਹਿਬ ਰਹਿੰਦੇ ਨੇ, ਉਹ ਨਾਲ ਲੱਗਵੀਂ ਕੰਧ ਜਿਹੜੀ ਹੈਗੀ ਆ, ਉੱਥੇ ਉਹ ਮੱਝਾਂ ਦਾ ਡੈਰੀ ਫਾਰਮ ਸੀਗਾ। ਠੀਕ ਹੈ। ਉਹ ਇੱਕ ਦਿਨ ਬਜ਼ੁਰਗ ਕਹਿੰਦੇ, ਮੈਂ ਸੋਚਿਆ, ਕਹਿੰਦੇ ਯਾਰ ਇਹ ਵੀ 4 ਵਜੇ ਉੱਠਦਾ, ਇਹ ਵੀ 4 ਵਜੇ ਉੱਠਦਾ, ਮੈਂ ਵੀ 4 ਵਜੇ ਉੱਠਦਾ। ਕਹਿੰਦੇ ਮੈਨੂੰ ਲੱਗਿਆ ਇਹਦਾ ਵੀ ਮਿਹਨਤ ਹੈ, ਇਹਦੀ ਵੀ ਮਿਹਨਤ ਹੈ, ਮੇਰੀ ਵੀ ਮਿਹਨਤ ਹੈ। ਕੰਮ ਦੀ ਸ਼ਿੱਦਤ ਦੀ ਗੱਲ ਹੈ। ਔਰ ਕੰਮ 'ਚ ਉਹਨਾਂ ਨੂੰ ਪੈਸਾ ਵੀ ਮਿਲਦਾ ਸੀ। ਇਹ ਨਹੀਂ ਹੈ ਕਿ ਕੋਈ ਸਾਨੂੰ ਮਤਲਬ ਕਿ ਉਹਨਾਂ ਦੇ ਜਾਣ ਤੋਂ ਬਾਅਦ ਵੀ ਹੁਣ ਵੀ ਸਾਡੀ ਮਾਤਾ ਨੂੰ ਰੈਲਿਟੀ ਆਉਂਦੀ ਹੈ। ਮੈਂ ਕਦੇ ਸੋਚਦਾ ਹੁੰਦਾ ਵੀ ਲੋਕ ਮਤਲਬ ਕਿ ਬੰਦੇ ਕਹਿੰਦੇ ਨੇ ਵੀ ਇਸ ਕੰਮ 'ਚ ਕੀ ਰੱਖਿਆ, ਪਰ ਨਹੀਂ, ਜਿਹੜੇ ਬੰਦਿਆਂ ਨੇ ਮਿਹਨਤ ਕੀਤੀ ਆ ਉਹਨਾਂ ਨੂੰ ਕੱਲਾ ਇੱਕ ਸ਼ਬਦ 'ਚ ਉਹਨਾਂ ਨੂੰ ਮਿਲਿਆ ਵੀ ਤੁਸੀਂ ਹੈਰਾਨ ਮੰਨੋਗੇ ਵੀ ਉਹਨਾਂ ਨੂੰ 1 ਮਹੀਨੇ ਦੀ ਜਿਹੜੀ ਹੈਗੀ ਉਹ 11,000 ਰੁਪਏ ਵੀ ਰੈਲਿਟੀ ਮਿਲਦੀ ਰਹੀ। ਤਾਂ ਇਹਦਾ ਮਤਲਬ ਇਹ ਹੈ ਵੀ ਜੇ ਇਮਾਨਦਾਰੀ ਨਾਲ ਪਬਲਿਸ਼ਰ ਜਿਹੜਾ ਹੈਗਾ ਵੀ ਉਹ 10% ਰੈਲਿਟੀ ਦਿੰਦਾ ਹੈ, ਇਹਦਾ ਮਤਲਬ 1,11,000 ਦੀ ਕਿਤਾਬ ਵਿਕੀ ਉਹਨਾਂ ਦੀ, 11,000 ਰੁਪਏ ਉਹਨੇ ਰੈਲਿਟੀ ਦਿੱਤੀ ਹੈ, ਤਾਂ ਉਹ ਆਪਦੀ ਜੇਬ ਤੋਂ ਦੇ ਨਹੀਂ ਸਕਦਾ। ਇਹ ਹੁਣ ਰੱਬ ਜਾਣਦਾ ਵੀ ਕਿੰਨੀ ਕਿਤਾਬ ਛਾਪਦਾ ਸੀ, ਪਰ ਜਿੰਨੀ ਇਮਾਨਦਾਰੀ ਨਾਲ ਉਹਨੇ ਦਿੱਤੀ ਆ ਉਹਦੇ ਨਾਲ ਕੁਝ ਤੇ ਉਹਨਾਂ ਕੋਲ ਪਹੁੰਚਿਆ, ਇਹਦਾ ਮਤਲਬ ਅੰਕੜਾ ਵੱਡਾ ਹੋ ਸਕਦਾ, ਘੱਟ ਨਹੀਂ ਹੋਏਗਾ। ਬਿਲਕੁਲ। ਗੁਰਦਿਆਲ ਜੀ, ਆਪਣੇ ਸੰਤੋਖ ਸਿੰਘ ਧੀਰ, ਬਲਦੇਵ ਸਿੰਘ, ਜਸ ਸਿੰਘ ਕਮਲ, ਬੂਟਾ ਸਿੰਘ ਸ਼ਾਦ, ਸਾਰਿਆਂ ਨੂੰ ਰੈਲਿਟੀ ਮਿਲਦੀ ਰਹੀ ਹੈ। ਸ਼ਿਵ ਨੂੰ ਹੁਣ ਤੱਕ ਰੈਲਿਟੀ ਮਿਲਦੀ, ਉਹਦੇ ਪਰਿਵਾਰ ਨੂੰ। ਇਹ ਨਹੀਂ ਵੀ ਆਪਾਂ ਇਹ ਨਹੀਂ ਕਹਿ ਸਕਦੇ ਪੰਜਾਬੀ ਦਾ ਲੇਖ ਭੁੱਖਾ ਹੈ, ਮਰਦਾ ਹੈਗਾ। ਪੰਜਾਬੀ ਦੇ ਲੇਖ ਨੂੰ ਰੈਲਿਟੀ ਮਿਲਦੀ ਹੈ, ਲੇਕਿਨ ਉਹਨਾਂ ਨੇ ਮਿਹਨਤ ਕੀਤੀ ਹੈ। ਜਦੋਂ ਬੰਦਾ ਮਿਹਨਤ ਕਰਦਾ ਹੈ, ਹੁਣ ਆਪੇ ਰੰਗ ਮਲਕੇ ਲੱਗਦੇ ਨੇ, ਭਾਗ ਲੱਗਦੇ ਨੇ। ਤੁਹਾਨੂੰ ਲੱਗਦਾ ਕਿ ਲੇਖਕ ਦੇ ਵਾਸਤੇ ਤਾਂ ਹੁਣ ਨਵੇਂ ਆਮ ਵੀ ਖੁੱਲੇ ਨੇ? ਜੇ ਹੁਣ ਤੁਸੀਂ ਫਿਲਮਾਂ ਲਈ ਵੀ ਲਿਖ ਸਕਦੇ ਹੋ, ਟੀਵੀ ਲਈ ਵੀ ਲਿਖ ਸਕਦੇ ਹੋ, ਗਾਉਣ ਲਈ ਵੀ ਲਿਖ ਸਕਦੇ ਹੋ, ਪਰ ਉਹਦੇ ਬਾਵਜੂਦ ਉੱਥੇ ਮਿਆਰ ਤੇ ਫਿਰ ਨਜ਼ਰ ਆਉਂਦਾ। ਉੱਥੇ ਉਹੀ ਹੈ ਨਾ, ਕਿਉਂਕਿ ਕਾਰਨ ਕੀ ਹੈ? ਕਿਉਂਕਿ ਉਹ ਕਈ ਚੀਜ਼ਾਂ ਇਸ ਤਰ੍ਹਾਂ ਦੀਆਂ ਨੇ ਵੀ ਜਿਨ੍ਹਾਂ ਵਿੱਚ ਅਸੀਂ ਉਹ ਵੀ ਇੱਕ ਹੋਰ ਚੀਜ਼ ਹੈ। ਉਹ ਇਹ ਚੀਜ਼ ਹੈ, ਮੈਂ ਉੱਥੇ ਗੱਲ ਫੇਰ ਹੋਣਾ ਪਿੱਤਰਾਂ ਦੇ ਵੀ ਬੰਦੇ ਕੀ ਕਰਦੇ ਨੇ, ਬੰਦੇ ਨਾ ਮਤਲਬ ਕਿ ਉਹ ਚੋਰੀ ਕਰਦੇ ਆ ਚੀਜ਼ਾਂ।
ਹੈ ਨਾ, ਵੀ ਜਿਵੇਂ ਫਰਜ਼ ਕਰੋ ਕਿ ਵੀ ਕਿਸੇ ਨੇ ਪਹਿਲੀ ਲਾਈਨ ਸ਼ਿਵ ਦੀ ਗਾ ਲਓ, ਹਾਂ ਕੁਝ ਵੀ ਕਰ ਲਓ। ਜੇ ਬੰਬੇ ਵਾਲੇ ਕਰਦੇ ਨੇ ਵੀ ਬੰਬੇ ਦੇ ਵਿੱਚ ਕੋਈ ਡਾਇਰੈਕਟਰ ਬੈਠਾ ਤੇ ਉਹ ਕਹਿੰਦਾ ਮੈਂ ਫਿਲਮ ਬਣਾਉਣੀ ਹੈ ਪੰਜਾਬ ਦੇ ਸੰਕਟ ਤੇ ਜਾਂ ਕਿਸਾਨੀ ਜੀਵਨ ਬਾਰੇ, ਉੱਥੋਂ ਇੱਕ ਬੰਦਾ ਭੇਜਦਾ ਹੈ, ਉਹ ਤੁਹਾਡੇ ਜਿੱਥੇ ਤੁਸੀਂ ਜਾਂਦੇ ਪੰਜਾਬ ਬੁੱਕ ਸੈਂਟਰ ਉੱਥੇ ਆਉਂਦਾ ਹੈ, ਉੱਥੇ ਉਹ ਪੰਜਾਬੀ ਉਹਨੂੰ ਕਹਿੰਦਾ ਕਿਸਾਨੀ ਨਾਲ ਸੰਬੰਧਿਤ ਮੈਨੂੰ 10 ਨਾਵਲ ਦੇ ਦੇ, ਉਹਦੀ ਡਿਊਟੀ ਲਾਉਣ ਦਾ 10 ਨਾਵਲ ਪੜ੍ਹਨ ਦੀ, ਉਹ 10 ਨਾਵਲ ਪੜ੍ਹ ਕੇ ਉਹਦੇ ਵਿੱਚੋਂ ਮਸਾਲਾ ਕੱਢ ਕੇ ਸਮਝ ਗਿਆ ਨਿੰਬੂ ਪਰਾਂ ਸਿੱਟ ਦਿੰਦਾ ਹੈ, ਹਾਂ ਤੇ ਉਹ ਲੈ ਜਾਂਦਾ ਹੈ। ਹੁਣ ਉਹ ਕੀ ਹੈ ਵੀ ਕਾਰਨ ਕੀ ਹੈ, ਜੇ ਹੁਣ ਕਿਸੇ ਬਹੁਤ ਸਾਰੇ ਬੰਦਿਆਂ ਕੋਲੋਂ ਆਪਾਂ ਕਿਸੇ ਨਾਲ ਗੱਲ ਕਰੋ, ਉਹ ਬੰਦੇ ਨੂੰ ਮੇਰੇ ਬਹੁਤ ਸਾਰੇ ਮਿੱਤਰ ਨੇ, ਮੈਂ ਉਹਨੂੰ ਕਹੂੰਗਾ ਵੀ ਫਲਾਣਾ ਫਿਲਮ ਤੇ ਇਸ ਨਾਵਲ ਤੇ ਫਿਲਮ ਬਣ ਸਕਦੀ ਹੈ। ਉਹ ਕਾਰਨ ਕੀ ਹੈ ਵੀ ਉਹਨਾਂ ਨੂੰ ਇਹ ਗੱਲ ਨਹੀਂ ਹੈਗੀ, ਉਹਨਾਂ ਨੂੰ ਮਤਲਬ ਕਿ ਜਿਹੜੇ ਬੰਦੇ ਕੰਮ ਕਰ ਰਹੇ ਨੇ ਦੂਜੀਆਂ ਭਾਸ਼ਾਵਾਂ ਦੇ ਮੰਜੇ ਫਿਲਮਾਂ ਵਾਲੇ ਬੰਦੇ, ਉਹ ਪੁੱਛਦੇ ਵੀ ਨੇ ਵੀ ਕੋਈ ਇਸ ਤਰ੍ਹਾਂ ਦਾ ਕੋਈ ਸਾਨੂੰ ਦੱਸੋ, ਉਹ ਕਹਿੰਦੇ ਕਮਾਲ ਕਰਤੇ ਜੀ, ਦੱਸਣ ਦੀ ਕੋਈ ਲੋੜ, ਸਾਨੂੰ ਦੱਸਿਆ ਸੀ ਹੁਣੇ ਲਿਖਦੇ ਆ। ਸੋ ਪ੍ਰੋਬਲਮ ਇਹ ਉਹੀ ਗੱਲ ਬਾਰ-ਬਾਰ ਆਉਂਦੀ ਹੈ ਕਿ ਅਸੀਂ ਆਪਣੇ ਵਿਰਸੇ ਤੇ ਮਾਣ ਛੱਡਿਆ ਹੋਇਆ, ਅਸੀਂ ਵਿਰਸੇ ਦੇ ਨਾਂ ਲੈ ਕੇ ਪੱਟਾਂ ਦੇ ਹੱਥ ਜ਼ਰੂਰ ਮਾਰ ਲੈਂਦੇ ਹਾਂ ਕਿ ਸਾਡਾ ਵਿਰਸਾ ਐਡਾ ਅਮੀਰ ਹੈ, ਪਰ ਉਹ ਕਿੱਥੇ ਹੈ, ਕੀ ਹੈ, ਉਹਨੂੰ ਪੜ੍ਹਨਾ, ਵਾਚਣਾ, ਨਿਰੀਖਣਾ, ਉਹ ਸਾਡੇ ਉਹਦਾ ਜ਼ਿਕਰ ਹੀ ਨਹੀਂ ਕਰਨਾ। ਹਾਂ, ਉਸ ਬੰਦੇ ਨੇ ਕਿਸੇ ਹੋਰ ਨੂੰ ਕ੍ਰੈਡਿਟ ਨਾ ਮਿਲ ਜੇ, ਹਾਂ ਉਸ ਨੇ ਜਿਹਨੇ ਮਿਹਨਤ ਕੀਤੀ ਹੈ ਉਹਦਾ ਜ਼ਿਕਰ ਨਹੀਂ ਕਰਨਾ, ਕਿਉਂਕਿ ਉਹ ਕਹੂਗਾ ਮੈਂ ਹੁਣੀ ਤੁਹਾਨੂੰ ਲਿਖ ਕੇ ਦਿੰਦਾ। ਹੁਣ ਇਹ ਨਹੀਂ ਕਹਿਣਾ ਵੀ ਗੁਰਦਿਆਲ ਇੱਕ ਬੰਦਾ ਇਸ ਤਰ੍ਹਾਂ ਦਾ ਹੈਗਾ, ਮੈਂ ਇਸੇ ਕਰਕੇ ਕਹਿਣਾ ਵੀ ਪੰਜਾਬੀ ਸਿਨੇਮਾ ਜਿਹੜਾ ਹੈਗਾ ਚਾਹੇ 100 ਸਾਲ ਤੱਕ ਕੁਝ ਚਲਾ ਜਾਵੇ, ਇਹ ਉੱਥੇ ਖੜਾ ਜਿੱਥੋਂ ਚੱਲਿਆ ਸੀਗਾ, ਕਿਉਂਕਿ ਜਦੋਂ ਤੁਸੀਂ ਆਪਦੀਆਂ ਰਚਨਾਵਾਂ ਜਿਹੜੇ ਤੁਹਾਡੇ ਉੱਚ ਨਿਕਲੇ ਵਿਰਸੇ ਚੋਂ, ਵੀ ਤੁਸੀਂ ਜੋ ਕੁਝ ਲਿਖ ਰਹੇ ਹੋ ਘੱਟੋ ਘੱਟ ਖੁਸ਼ਬੂ ਤਾਂ ਆਵੇ ਨਾ। ਸਪੈਸ਼ਲੀ ਕਲਾਸਿਕੀ ਰਚਨਾਵਾਂ ਜਿਹੜੀਆਂ ਨੇ, ਜਿਹੜੀਆਂ ਚੀਜ਼ਾਂ ਸਾਨੂੰ ਬਾਲੀਵੁੱਡ 'ਚ ਫੇਰ ਵੀ ਨਜ਼ਰ ਆਉਂਦੀਆਂ ਨੇ, ਹਾਲੀਵੁੱਡ 'ਚ ਬਹੁਤ ਜ਼ਿਆਦਾ ਨਜ਼ਰ ਆਉਂਦੀਆਂ ਨੇ, ਉਹ ਪੰਜਾਬੀ, ਉਹ ਕਦੇ ਵੀ ਉਹ ਬੰਦੇ ਜਿਹੜੇ ਹੈਗੇ ਨੇ ਉਹ ਬੰਦੇ ਇੰਨੇ ਸਿਆਣੇ ਨੇ ਕਿਉਂਕਿ ਉਹਨਾਂ ਦੇ ਇੰਟਰਸਟ ਕਲੈਸ਼ ਨਹੀਂ ਹੁੰਦੇ। ਤੁਸੀਂ ਦੇਖੋ ਵੀ ਪ੍ਰਵਾਸੀਆਂ ਬਾਰੇ ਜਿਹੜੀਆਂ ਫਿਲਮਾਂ ਮਤਲਬ ਕਿ ਅੰਗਰੇਜ਼ੀ ਦੇ ਵਿੱਚ ਜਾਂ ਹੋਰ ਬਣੀਆਂ ਨੇਗੀਆਂ, ਤੇ ਸਾਡੇ ਜਿਹੜੇ ਲੇਖਕ ਨੇਗੇ ਉਹ ਲਿਖ ਹੀ ਨਹੀਂ ਸਕਦੇ ਉਸ ਤਰ੍ਹਾਂ ਦੇ, ਬਿਲਕੁਲ, ਕਿਉਂਕਿ ਕਾਰਨ ਕਿ ਉਹ ਇਸ ਐਂਗਲ ਤੋਂ ਸੋਚਦੇ ਨਹੀਂਗੇ। ਇਹ ਬਹੁਤ ਵੱਡੀ ਟ੍ਰੈਜਡੀ ਹੈ ਜਦੋਂ ਇੱਕ ਪਬਲਿਸ਼ਰ ਔਰ ਐਡਾ ਲੰਮਾ ਇਤਿਹਾਸ ਰੱਖਣ ਵਾਲਾ ਸ਼ਖਸ ਸਿੱਧਾ ਠੋਕ ਕੇ ਕਹਿ ਦਿੰਦਾ ਹੈ ਕਿ ਉਹ ਲਿਖ ਹੀ ਨਹੀਂ ਸਕਦੇ ਉਸ ਮਿਆਰ ਦੇ ਉੱਤੇ। ਔਰ ਇਹ ਹਾਲਾਤ ਕਿਉਂ ਬਣਦੇ ਨੇ, ਇਹਦੇ ਉੱਤੇ ਅਸੀਂ ਚਰਚਾ ਕਰ ਰਹੇ ਹਾਂ। ਬ੍ਰੇਕ ਤੋਂ ਬਾਅਦ ਅਸੀਂ ਵਾਪਸ ਆਵਾਂਗੇ, ਚਰਚਾ ਜਾਰੀ ਰਹੇਗੀ। ਬ੍ਰੇਕ ਤੋਂ ਬਾਅਦ ਗੱਲਬਾਤ ਦਾ ਸਿਲਸਿਲਾ ਫੇਰ ਜਾਰੀ ਹੈ। ਅਸੀਂ ਪੰਜਾਬੀ ਲੇਖਣੀ, ਪੰਜਾਬੀ ਸਾਹਿਤ ਦੇ ਵਿੱਚ ਸਰੋਕਾਰਾਂ ਦੀ ਗੱਲ ਕਰ ਰਹੇ ਹਾਂ ਕਿ ਮੌਜੂਦਾ ਸਮੇਂ ਦੇ ਵਿੱਚ ਤਰਾਸਦੀ ਜਿਹੜੀ ਆ ਉਹ ਕਿਉਂ ਬਿਲਡ ਹੋਈ ਹੈ, ਔਰ ਸਾਡੇ ਆਪਣੇ ਸਮਾਜ ਦੇ ਨਿਗਰਨ ਦੇ ਪਿੱਛੇ ਕਿਹੜੀਆਂ ਕਮੀਆਂ ਜ਼ਿੰਮੇਦਾਰ ਨੇ ਜੇ ਇਕੱਲੇ ਲਿਖਤਾਂ ਨੂੰ ਧਿਆਨ 'ਚ ਰੱਖਿਆ ਜਾਏ। ਇੱਕ ਤਰਜਮਾ ਐਸੀ ਚੀਜ਼ ਹੈ ਜਿਹਦੇ ਵਿੱਚ ਤੁਸੀਂ ਬਾਹਰਲਾ ਲਿਟਰੇਚਰ ਵੀ ਆਪਣੀ ਭਾਸ਼ਾ ਦੇ ਵਿੱਚ ਲੈ ਕੇ ਆਉਂਦੇ ਹੋ। ਲਗਭਗ ਸਾਰੀਆਂ ਭਾਸ਼ਾਵਾਂ ਜੇ ਇਕੱਲੀਆਂ ਇੰਡੀਆ ਦੀਆਂ ਦੇਖ ਲਈਏ, ਉਹਨਾਂ ਦੇ ਵਿੱਚ ਬਾਹਰਲਾ ਸਾਹਿਤ ਬਹੁਤ ਆਉਂਦਾ ਆ, ਔਰ ਪੰਜਾਬੀ ਦੇ ਵਿੱਚ ਕਿਸੇ ਵੇਲੇ ਕੌਮੀ ਅਕਾਦਮੀਆਂ ਨੇ ਕੰਮ ਕੀਤਾ ਆ, ਜਾਂ ਸੁਰਜੀਤ ਪਾਤਰ ਵਰਗੇ ਸ਼ਖਸ ਜਿਹੜੇ ਕਿ ਨੀਲਮਾਨ ਸਿੰਘ ਚੌਧਰੀ ਦੇ ਨਾਟਕ ਵਾਸਤੇ ਉਹ ਬ੍ਰੈਖਤ ਨੂੰ ਵੀ ਪੰਜਾਬੀ ਦੇ ਵਿੱਚ ਲਿਆਉਂਦੇ ਨੇ, ਉਹ ਬਿਲਕੁਲ ਉਹਨੂੰ ਪੰਜਾਬੀਫਾਈ ਕਰ ਦਿੰਦੇ ਨੇ ਤੇ ਇੰਨਾ ਜ਼ਿਆਦਾ ਮਿਹਨਤ ਕਰਦੇ ਨੇ। ਪਰ ਵੱਡੇ ਪੱਧਰ ਦੇ ਉੱਤੇ ਇਸ ਕੰਮ ਦੀ ਕਮੀ ਖਾਸੀ ਨਜ਼ਰ ਆਉਂਦੀ ਹੈ। ਜ਼ਿੰਮੇਵਾਰੀ ਕੱਲਾ ਬੰਦਾ ਆਪਣੇ 'ਤੇ ਲੈ ਲੈਂਦਾ ਹੈ, ਪਰ ਇੱਕ ਮੂਵਮੈਂਟ ਦੇ ਤੌਰ 'ਤੇ ਇਹ ਚੀਜ਼ ਨਜ਼ਰ ਨਹੀਂ ਆਉਂਦੀ। ਭਾਸ਼ਾ ਵਿਭਾਗ ਦਾ ਇਹ ਕੰਮ ਸੀਗਾ, ਇਹ ਕੰਮ ਯੂਨੀਵਰਸਿਟੀਆਂ ਦਾ ਸੀਗਾ, ਪਬਲਿਸ਼ਰਾਂ ਨੂੰ ਤਾਂ ਅਸੀਂ ਕਹਿ ਨਹੀਂ ਸਕਦੇ, ਪਰ ਇਹ ਕੰਮ ਜਿਹੜਾ ਕੀਤਾ ਹੈ ਉਹ ਬਹੁਤਾ ਲੇਖਕਾਂ ਨੇ ਇੰਡੀਵਿਜੂਅਲ ਤੌਰ 'ਤੇ ਕੀਤਾ, ਜਾਂ ਦਿੱਲੀ ਤੋਂ ਜੇ ਸਾਹਿਤ ਅਕਾਦਮੀ ਨੇ ਕਰਾਇਆ ਤਾਂ ਕਰਾਇਆ। ਤੇ ਇਹਦੇ ਪਿੱਛੇ ਹੁਣ ਕੀ ਸੋਚ ਕੀ ਹੈ ਜਿਹੜੀ ਇਹ ਕਹਿੰਦੀ ਹੈ ਕਿ ਆਪ ਵੀ ਨਹੀਂ ਲਿਖਣਾ ਚੱਜ ਦਾ, ਤੇ ਜੇ ਚੱਜ ਦਾ ਹੈਗਾ ਤਾਂ ਉਹ ਵੀ ਨਾ ਪੜ੍ਹਨ ਦਿਓ। ਜੀ, ਤੇ ਇਹ ਵੀ ਇੱਕ ਬੜਾ ਲੰਬਾ ਸਿਲਸਿਲਾ ਹੈ, ਕਿਉਂਕਿ ਜਿਹੜੇ ਇਹ ਸ਼ੁਰੂ ਹੋਇਆ ਸੀਗਾ ਸਾਡੇ 1917 ਤੋਂ ਇਨਕਲਾਬ ਜਦੋਂ ਆਇਆ, ਤਾਂ ਰਸ਼ੀਆ ਨੇ ਬਹੁਤ ਪੈਸਾ ਖਰਚ ਕੀਤਾ, ਸਾਰੀਆਂ ਭਾਸ਼ਾਵਾਂ ਦੇ ਵਿੱਚ ਉਹਨਾਂ ਨੇ ਆਪਦਾ ਲਿਟਰੇਚਰ ਜਿਹੜਾ ਹੈਗਾ ਅਨੁਵਾਦ ਕਰਕੇ ਕੀਤਾ। ਵੈਸੇ ਤਾਂ ਪੁਰਾਣਾ ਜਾਵੇ ਤਾਂ ਬਾਈਬਲ ਦੇ ਨਾਲ ਸੰਬੰਧਿਤ ਬਹੁਤ ਸਾਰੀਆਂ ਚੀਜ਼ਾਂ ਨੇ। ਪੰਜਾਬ ਬੁੱਕ ਸੈਂਟਰਾਂ ਦੇ ਵਿੱਚ ਸਭ ਤੋਂ ਵੱਧ ਮਿਲਦਾ ਹੀ ਰਸ਼ੀਅਨ ਲਿਟਰੇਚਰ ਸੀ ਪੰਜਾਬੀ 'ਚ। ਉਸ ਤੋਂ ਬਾਅਦ ਫਿਰ ਕੀ ਹੋਇਆ ਵੀ ਉਹ ਫਿਰ ਬਹੁਤ ਸਾਰੇ ਰਸ਼ੀਆ ਸੋਵੀਅਤ ਰੂਸ ਦੇ ਟੁੱਟਿਆ, ਉਸ ਤੋਂ ਬਾਅਦ ਬੰਦੇ ਨਿਕਲੇ, ਉਹਨਾਂ ਨੇ ਆਪਣੇ ਮਤਲਬ ਕਿ ਨਿੱਜੀ ਉਹਦੇ ਤੌਰ 'ਤੇ ਕੋਸ਼ਿਸ਼ ਕੀਤੀ, ਜਿਹਦੇ ਵਿੱਚ ਗੁਰਬਖਸ਼ ਸਿੰਘ ਫਰੈਂਕ ਨੇ, ਆਪਣੇ ਗੁਰਬਚਨ ਸਿੰਘ ਭੁੱਲਰ, ਕਰਨਜੀਤ ਸਿੰਘ, ਬਿਲਕੁਲ ਇਹ ਬੰਦਿਆਂ ਨੇ ਕਾਫੀ ਅਨੁਵਾਦ ਕੀਤਾ। ਗੁਰਦਿਆਲ ਸਿੰਘ ਇਹਨਾਂ ਨੇ ਅਨੁਵਾਦ ਕੀਤਾ। ਔਰ ਇੰਡੀਵਿਜੂਅਲ ਲੈਵਲ ਤੇ ਰਹਿ ਗਈ, ਉਹਨਾਂ ਦੀ ਆਪਣੀ ਮੂਵਮੈਂਟ ਆ। ਬਿਲਕੁਲ, ਹਾਂ, ਉਹਨਾਂ ਨੇ ਆਪਣੇ, ਲੇਕਿਨ ਉਹ ਉਹੀ ਤੁਹਾਨੂੰ ਦੱਸੀ ਜਾਂਦਾ ਵੀ ਉਹਨਾਂ ਨੂੰ ਇਹ ਉਹਨਾਂ ਦੇ ਮਨ 'ਚ ਇੱਛਾ ਸੀ ਵੀ ਇਹ ਰਚਨਾ ਸਾਡੀ ਭਾਸ਼ਾ ਵਿੱਚ ਹੋਣੀ ਚਾਹੀਦੀ ਹੈ। ਜਿਵੇਂ ਮੈਂ ਅਲੀਗੜ੍ਹ ਜਾਣ ਤੋਂ ਬਾਅਦ ਮੰਟੂ ਦੀਆਂ ਕਹਾਣੀਆਂ ਪੰਜਾਬੀ 'ਚ ਅਨੁਵਾਦ ਕੀਤੀਆਂ। ਮੈਂ ਪੜ੍ਹਿਆ ਹਰੀਸ਼ੰਕਰ ਪਰਸਾਈ ਨੂੰ, ਮੈਨੂੰ ਲੱਗਾ ਵੀ ਬਹੁਤ ਅੱਛਾ ਰਾਈਟਰ ਹੈ, ਸਾਡੇ ਪੰਜਾਬੀ ਪਾਠਕਾਂ ਕੋਲ ਜਾਣਾ ਚਾਹੀਦਾ ਹੈ। ਜਾਂ ਉਸ ਤੋਂ ਬਾਅਦ ਜਿਹੜਾ ਹੈਗਾ ਵੀ ਕੁਝ ਕਹਾਣੀਆਂ ਟੁੱਟਵੇਂ ਰੂਪ 'ਚ, ਜਾਂ ਜਦੋਂ ਵੀ ਕਹਾਣੀ ਪੰਜਾਬ 'ਚ ਕੋਈ ਚੀਜ਼ ਦੀ ਲੋੜ ਹੁੰਦੀ ਹੈ ਅਸੀਂ ਅਨੁਵਾਦ ਕਰ ਲੈਂਦੇ ਬਹੁਤ। ਹੋਰ ਬਾਕੀ ਸਾਡੇ ਸਮਕਾਲੀ ਪਰਚੇ ਵਾਲੇ ਵੀ ਕੰਮ ਇਹ ਕਰ ਰਹੇ ਨੇ। ਜਿੱਥੋਂ ਤੱਕ ਹੈਗਾ ਵੀ ਇਹ ਜਿਹੜਾ ਹੈ ਇਹਦੇ ਵਿੱਚ ਵੀ ਇੱਕ ਚੋਰ ਬਜ਼ਾਰੀ ਹੈ। ਸਾਡੇ ਕੋਲ 2 ਅਦਾਰੇ ਨੇ ਵੱਡੇ ਸੈਂਟਰ ਦੇ ਵਿੱਚ। ਸਭ ਤੋਂ ਵੱਡਾ ਅਦਾਰਾ ਹੈਗਾ ਜਿਹੜਾ ਕਿ
ਮੈਂ ਸਲਾਮ ਕਰਦਾ ਜਵਾਹਰ ਲਾਲ ਨਹਿਰੂ ਨੂੰ, ਉਹਨਾਂ ਨੇ ਸ਼ੁਰੂ ਕਰਾਇਆ ਸੀਗਾ, ਤੇ ਉਹ ਹੈ ਨੈਸ਼ਨਲ ਬੁੱਕ ਟਰਸਟ। ਹਾਂ, ਨੈਸ਼ਨਲ ਬੁੱਕ ਟਰਸਟ ਜਿਹੜਾ ਹੈਗਾ ਉਹ ਸਾਰੀਆਂ ਭਾਸ਼ਾਵਾਂ ਦੇ ਉਹਦੇ 'ਚ ਇੱਕ ਕੇਂਦਰ ਹੈ। ਉਹ ਕੀ ਕਰਦੇ, ਉਹ 'ਚ ਇੱਕ ਆਦਾਨ ਪ੍ਰਦਾਨ ਸੀਰੀਜ਼ ਹੈ ਜਿਹਦਾ ਕਿ ਪੁੱਲ ਹਿੰਦੀ ਹੈ। ਜਿਵੇਂ ਕੋਈ ਬੰਗਲਾ ਭਾਸ਼ਾ ਦੀ ਕਿਤਾਬ ਹੈ, ਉਹ ਪਹਿਲਾਂ ਹਿੰਦੀ 'ਚ ਅਨੁਵਾਦ ਹੋ ਗਈ, ਹਿੰਦੀ ਤੋਂ ਬਾਅਦ ਫਿਰ ਦੂਜੀਆਂ ਭਾਸ਼ਾਵਾਂ 'ਚ, ਕਿਉਂਕਿ ਨੈਸ਼ਨਲ ਲੈਂਗੁਏਜ ਹੋਣ ਕਰਕੇ ਹਿੰਦੀ 'ਚ ਸਾਰੇ ਪਾਠਕ ਮਤਲਬ ਸਾਰੇ ਅਨੁਵਾਦ ਕਰਨ ਵਾਲੇ ਹਿੰਦੀ ਜਾਣਦੇ ਹੁੰਦੇ। ਠੀਕ ਹੈ। ਹੁਣ ਉੱਥੇ ਦਿੱਕਤ ਕੀ ਪੈਦਾ ਹੈ ਕਿ ਰਚਨਾਕਾਰ ਦੀ ਰਚਨਾ ਦਾ ਪੱਧਰ ਬੜਾ ਉੱਚਾ ਹੈ, ਪਰ ਉਹਨੂੰ ਅਨੁਵਾਦ ਕਰਨ ਵਾਲੇ ਬੰਦੇ ਦਾ ਪੱਧਰ ਬੜਾ ਨੀਵਾਂ ਹੈ। ਅੱਛਾ, ਅਨੁਵਾਦ ਦੇ ਪੈਸੇ ਬਹੁਤ ਮਿਲਦੇ ਹੈ, ਫਿਰ ਉਹ ਕੀ ਕਰਦਾ ਹੈ ਵੀ ਜਿਹੜਾ ਬੰਦਾ ਉੱਥੇ ਬੈਠਾ ਉਹ ਆਪਦੇ ਕਿਸੇ ਚਾਹੁਣ ਵਾਲੇ ਬੰਦੇ ਨੂੰ ਆਵਾਜ਼ ਦਿੰਦਾ। ਓਕੇ, ਤੁਹਾਨੂੰ ਕੀ ਲੱਗਦਾ ਹੈ ਕਿ ਇਹਦੇ ਪਿੱਛੇ ਆਪਣੇ ਲੋਕਾਂ ਦੀ ਕਿੰਨੀ ਗਲਤੀ ਹੈ? ਸਤਿੰਦਰ ਸਿੰਘ ਨੂਰ ਹੁਣੇ ਜਦੋਂ ਜਿਉਂਦੇ ਸੀਗੇ, ਉਹਨਾਂ ਨੇ ਮੈਨੂੰ ਇੱਕ ਵਾਰੀ ਦੱਸਿਆ ਸੀ ਕਿ ਟਰਾਂਸਲੇਸ਼ਨ ਕਮਿਸ਼ਨ ਬਣ ਰਿਹਾ ਆ ਤੇ ਉਹਦੇ 'ਚ ਬਹੁਤ ਵੱਡੇ ਪੱਧਰ ਦੇ ਉੱਤੇ ਪੰਜਾਬੀ ਦੇ ਅਨੁਵਾਦ ਦੀ ਗੱਲ ਹੋਣੀ ਹੈ। ਉਹ ਕਿੱਥੇ ਰਹਿ ਗਿਆ ਕਮਿਸ਼ਨ? ਕਿੱਥੇ ਗਈਆਂ ਉਹ ਜ਼ਿੰਮੇਵਾਰੀਆਂ? ਉਹ ਤੇ ਖੁਦ ਚਲੇ ਗਏ, ਪਰ ਹੋਰ ਲੋਕਾਂ ਦੇ ਕੋਲ ਕੁਝ ਹੋ ਸਕਦਾ ਸੀ, ਉਹ ਕਿੱਥੇ ਗਿਆ? ਸਭ ਨਹੀਂ, ਅਸਲ 'ਚ ਕਾਰਨ ਦੇਖੋ, ਮੈਂ ਇਸ ਮਾਮਲੇ 'ਚ ਬੜਾ ਇਮਾਨਦਾਰ ਹਾਂ। ਸਭ ਤੋਂ ਵੱਡੀ ਕਮੀ ਸਤਿੰਦਰ ਸਿੰਘ ਨੂਰ ਹੋਰਾਂ ਦੀ ਹੈ। ਸਤਿੰਦਰ ਸਿੰਘ ਨੂਰ ਹੋਰਾਂ ਨੇ, ਉਹਨਾਂ ਨੇ ਇਸ ਤਰ੍ਹਾਂ ਦਾ ਇੱਕ ਮੱਠ ਬਣਾਇਆ ਜਿਹਨੂੰ ਕਿ ਬਹੁਤ ਸਾਲ ਲੱਗ ਜਾਣਗੇ ਸੁਧਰਨ ਲਈ। ਉਹਨਾਂ ਨੇ ਜੋ ਬਣਾਇਆ ਉਹਨੂੰ ਬਹੁਤ ਸਾਲ ਲੱਗ ਜਾਣਗੇ ਸੁਧਰਨ ਲਈ। ਨਹੀਂ, ਪਰ ਮੈਂ ਤੇ ਕਮਿਸ਼ਨ ਦੀ ਗੱਲ ਕਰਦਾ, ਅਸੀਂ ਇੰਡੀਵਿਜੂਅਲ ਦੀ ਗੱਲ ਨਾ ਕਰੀਏ। ਨਹੀਂ, ਇੰਡੀਵਿਜੂਅਲ ਦੀ ਗੱਲ ਨਹੀਂ ਕਰਦਾ। ਉਹਦੇ ਵਿੱਚ ਉਹ ਇੱਕ ਇੰਡੀਵਿਜੂਅਲ ਨਹੀਂ ਸੀਗੇ, ਉਹ ਇੱਕ ਸੰਸਥਾ ਸੀ ਪੂਰੀ। ਉਹ ਇੱਕ ਸੰਸਥਾ ਸੀ ਜਿਹਨਾਂ ਜਦੋਂ ਤੁਸੀਂ ਜਦੋਂ ਇੱਕ ਬੰਦਾ ਆਪਦੇ ਪੂਰਾ ਮੱਠ ਬਣਾ ਲੈਂਦਾ, ਫਿਰ ਉਹ ਸੰਸਥਾ ਬਣ ਜਾਂਦੀ ਹੈ, ਕਿਉਂਕਿ ਉਹ ਸੰਸਥਾ ਨਹੀਂ ਫੈਸਲਾ ਕਰਨਾ ਹੋਣਾ। ਜਿਵੇਂ ਤੁਸੀਂ ਸੁਰਜੀਤ ਪਾਤਰ ਦੀ ਗੱਲ ਕੀਤੀ ਹੈ, ਹੁਣ ਸੁਰਜੀਤ ਪਾਤਰ ਹੋਰਾਂ ਨੂੰ ਜਿਹੜੇ ਅਹੁਦੇ ਮਿਲੇ ਹੋਏ ਨੇ, ਉਸ ਅਹੁਦੇ ਦੇ ਵਿੱਚ ਜੇ ਉਹ ਇਮਾਨਦਾਰਾਂ ਦੀ ਟੀਮ ਨਹੀਂ ਲੈਂਦੇ ਤਾਂ ਕਸੂਰ ਕਿਹਦਾ ਹੈ? ਕਸੂਰ ਤਾਂ ਜਿਹੜੇ ਗਵਰਨਮੈਂਟ ਗ੍ਰਾਂਟ ਦਿੰਦੀ ਉਹਨਾਂ ਦਾ ਕੋਈ ਕਸੂਰ ਨਹੀਂ। ਉਹਨਾਂ ਦੇ ਭਾਸ਼ਾ ਦੇ ਮੁਤਾਬਕ ਤੁਹਾਨੂੰ ਗ੍ਰਾਂਟ ਮਿਲ ਜਾਣੀ ਹੈ, ਤੁਸੀਂ ਉਹਨੂੰ ਕਿੱਥੇ ਅਪਲਾਈ ਕਰਨਾ ਹੈ, ਕਿੱਥੇ ਉਹਨੂੰ ਤੁਸੀਂ ਵੰਡਣਾ ਹੈ, ਕਿੱਥੇ ਕੀ ਉਹਦਾ ਕਰਨਾ ਹੈ। ਕਿਉਂਕਿ ਜਦੋਂ ਫਰਜ਼ ਜਿਵੇਂ ਸਾਹਿਤ ਅਕਾਡਮੀ ਹੈ, ਸਾਹਿਤ ਅਕਾਡਮੀ ਦੇ ਵਿੱਚ ਜਿਸ ਕਿਤਾਬ ਨੂੰ ਅਨੁਵਾਦ ਮਤਲਬ ਮਿਲਦਾ, ਅਵਾਰਡ ਮਿਲਦਾ ਸਾਹਿਤ ਅਕਾਡਮੀ ਦਾ, ਉਹਨੇ ਦੂਜੀਆਂ ਭਾਸ਼ਾਵਾਂ 'ਚ ਅਨੁਵਾਦ ਹੋਣਾ ਹੀ ਹੁੰਦਾ। ਜੇ ਉਸ ਕਿਰਤ ਦਾ ਅਨੁਵਾਦ ਸਹੀ ਨਹੀਂ ਹੋਇਆਗਾ ਤਾਂ ਕਾਰਨ ਕੀ ਹੈ ਕਿ ਜਿਹੜੀ ਦੂਸਰੀ ਭਾਸ਼ਾ ਦੇ ਵਿੱਚ ਪਾਠਕ ਵਰਗ ਬੈਠਾ ਹੈਗਾ ਉਹ ਨਿਰਾਸ਼ ਹੋ ਜਾਏਗਾ। ਫਰਜ਼ ਕਰੋ ਕਿ ਅੰਮ੍ਰਿਤਾ ਪ੍ਰੀਤਮ ਹੈ, ਅੰਮ੍ਰਿਤਾ ਪ੍ਰੀਤਮ ਨੇ ਫਰਜ਼ ਕਰੋ ਕੋਈ ਰਚਨਾ ਬੰਗਲਾ ਭਾਸ਼ਾ 'ਚ ਚਲੀ ਗਈ। ਬੰਗਲਾ ਭਾਸ਼ਾ ਜਿਹੜਾ ਬੰਗਾਲੀ ਉਹਦਾ ਅਨੁਵਾਦਕ ਹੈ, ਜੇ ਉਹਨਾਂ ਦਾ ਅਨੁਵਾਦ ਸਹੀ ਨਹੀਂ ਕੀਤਾ, ਉਹ ਜਿਸ ਪਾਠਕ ਕੋਲ ਜਾਏਗੀ ਉਹ ਪ੍ਰਭਾਵ, ਉਹ ਇਹ ਕਿਹਾ ਜਾਂਦਾ ਹੈ ਵੀ ਜੇ ਤਾਂ ਜੇ ਇਹ ਵੱਡਾ ਆ ਪੰਜਾਬੀ ਦਾ ਤਾਂ ਫਿਰ ਕੀ ਆ? ਨਹੀਂ, ਇੱਕ ਹੋਰ ਵੀ ਹੈ, ਜੇ ਅਨੁਵਾਦ ਵਧੀਆ ਸਮਝ ਗਏ ਨਾ, ਤਾਂ ਅਨੁਵਾਦਕ ਨੂੰ ਲੋਕ ਭੁੱਲ ਜਾਂਦੇ ਆ, ਰਚਨਾ ਆਉਂਦੀ ਹੈ ਅੱਗੇ। ਬਿਲਕੁਲ ਸਮਝੇ ਨਾ? ਜੇ ਉਹਦਾ ਅਨੁਵਾਦ ਮਾੜਾ ਹੈ, ਅਨੁਵਾਦ ਦੀ ਗੱਲ ਨਹੀਂ, ਅਨੁਵਾਦਕ ਦੀ ਗੱਲ ਨਹੀਂ ਕਰਦੇ, ਫਿਰ ਰਚਨਾ ਡੁੱਬ ਜਾਂਦੀ ਹੈ। ਕਿਉਂਕਿ ਅਨੁਵਾਦ ਕਰਨਾ ਸ਼ਬਦਾਂ ਦੀ ਮੱਖੀ ਕੋਈ ਗੱਲ ਹੋ ਗਈ ਨਾ, ਫਿਰ ਅਗਲੇ ਕਹਿਣਗੇ ਵੀ ਜੇ ਪੰਜਾਬੀ ਦਾ ਵੱਡਾ ਲੇਖਕ ਹੈ ਤਾਂ ਫਿਰ ਤੇ ਕੀ ਹੈ? ਹਾਂ, ਇਸੇ ਮੋਹ ਭੰਗ ਹੋ ਜਾਂਦਾ ਫਿਰ, ਕਿਉਂਕਿ ਪਾਠਕ ਦਾ ਜਿਹੜਾ ਮੋਹ ਭੰਗ ਹੈ ਨਾ, ਉਹ ਨਹੀਂ ਹੋਣਾ ਚਾਹੀਦਾ। ਕਿਉਂਕਿ ਸਾਡੇ ਕਿਹੜਾ ਕੋਈ, ਜਿਵੇਂ ਮੈਨੂੰ ਬੜਾ ਲੱਗਦਾ ਵੀ ਕਿਸੇ ਨੂੰ ਪਤਾ ਹੀ ਨਹੀਂ ਗੁਰਬਖਸ਼ ਸਿੰਘ ਫਰੈਂਕ ਜੀ ਜਿਉਂਦੇ ਨੇ ਕਿ ਨਹੀਂ। ਉਸ ਬੰਦੇ ਨੇ ਇੰਨਾ ਕੰਮ ਕੀਤਾ, ਮੈਨੂੰ ਨਹੀਂ ਪਤਾ ਕਿਸੇ ਸੰਸਥਾ ਨੇ ਉਹਨੂੰ ਅੱਜ ਤੱਕ ਅਵਾਰਡ ਦਿੱਤਾ ਹੋਵੇ। ਪਰ ਮੈਨੂੰ ਇੱਕ ਗੱਲ ਦੱਸੋ, ਹੁਣ ਜੇ ਸੰਸਥਾਵਾਂ ਦੀ ਗੱਲ ਹੋ ਰਹੀ ਹੈ, ਅਕੈਡਮੀਆਂ ਦੀ ਗੱਲ ਹੋ ਰਹੀ ਹੈ, ਜੋ ਮੈਂ ਕਹਿ ਰਿਹਾ ਕਿ ਲੋਕੀ ਇੰਡੀਵਿਜੂਅਲ ਲੈਵਲ ਦੇ ਉੱਤੇ ਕੰਮ ਕਰ ਰਹੇ ਨੇ, ਅਨੁਵਾਦ ਦੀ ਵੀ ਗੱਲ ਕਰੀਏ ਤੇ ਇਕੱਲੇ ਅਨੁਵਾਦ ਨੂੰ ਨਹੀਂ ਲਊਂਗਾ ਹੁਣ ਮੈਂ ਇਸ ਸਵਾਲ ਦੇ ਵਿੱਚ, ਸਾਰੀ ਲੇਖਣ ਨਹੀਂ ਲਊਂਗਾ। ਸਾਡੇ ਕੋਲ ਸਭਾਵਾਂ ਬਹੁਤ ਨੇ, ਦੋ ਵੱਡੀਆਂ ਸੰਸਥਾਵਾਂ ਦੀ ਤੁਸੀਂ ਗੱਲ ਕਰਦੇ ਹੋ, ਇੱਕ ਪੰਜਾਬੀ ਅਕੈਡਮੀ ਦੀ ਤੁਸੀਂ ਗੱਲ ਕਰਦੇ ਹੋ, ਉਹ ਆਪਣੀ ਥਾਵੇਂ ਆ, ਉਹਨਾਂ 'ਚ ਪੋਲੀਟਿਕਸ ਵੀ ਹੋ ਸਕਦੀ, ਸਭ ਕੁਛ ਹੈ। ਪਰ ਜਿਹੜੀਆਂ ਸਭਾਵਾਂ ਨੇ, ਸਾਹਿਤ ਸਭਾਵਾਂ, ਉਹਦੇ ਮੈਨੂੰ ਲੱਗਦਾ ਹਰ ਕਸਬੇ, ਹਰ ਸ਼ਹਿਰ ਦੇ ਵਿੱਚ ਹੈਗੀਆਂ ਨੇ, ਔਰ ਉਹਦੇ 'ਚ ਸਿਰਫ ਇਸ ਗੱਲੋਂ ਦੋ ਬਣ ਜਾਂਦੀਆਂ ਨੇ, ਇੱਕ ਦੀਆਂ ਕਿ ਮੈਂ ਨਾਰਾਜ਼ ਹੋ ਗਿਆ ਤੇਰੇ ਨਾਲ ਤੇ ਮੈਂ ਆਪਣੀ ਬਣਾ ਲੂੰਗਾ, ਤੇ ਉਹ ਜ਼ਿੰਮੇਵਾਰੀ ਕਦੋਂ ਲੈ ਲੈਣਗੀਆਂ? ਜਦੋਂ ਉਹ ਖੁਦ ਸਿਆਸਤ ਦੀਆਂ ਮਾਰੀਆਂ ਹੋਈਆਂ ਨੇ। ਜਿਹੜਾ ਕਿਰਤਕਾਰ ਹੈ, ਲਿਖਣਕਾਰ ਹੈ, ਲੇਖਕ ਹੈ, ਸ਼ਾਇਰ ਹੈ, ਉਹਦੀ ਆਪਣੀ ਈਗੋ ਜ਼ਿਆਦਾ ਭਾਰੂ ਆ, ਤੇ ਉਸ ਹਾਲਾਤ ਦੇ ਵਿੱਚ ਆਖਰ ਨੂੰ ਜ਼ਿੰਮੇਵਾਰੀ ਕੌਣ ਲਊਗਾ? ਮਤਲਬ ਮੈਨੂੰ ਇਹ ਨਹੀਂ ਸਮਝ ਆ ਰਿਹਾ ਕਿ ਸਵਾਲ ਕਿਹਦੇ ਤੇ ਛੱਡਿਆ ਜਾਵੇ ਆਖਰ ਨੂੰ। ਨਹੀਂ, ਆਖਰ ਦੇ ਵਿੱਚ ਇਹੀ ਹੈ ਵੀ ਇਸ ਤਰ੍ਹਾਂ ਦੀ ਗੱਲ ਹੈ, ਕਿਉਂਕਿ ਮੈਂ ਦੇਖਿਆ ਵੀ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ 4-4, 5-5 ਲਿਟਰੇਰੀ ਐਸੋਸੀਏਸ਼ਨ ਬਣੀਆਂ ਹੋਈਆਂ, ਬਿਲਕੁਲ ਹੈ ਨਾ, ਲੇਕਿਨ ਉੱਥੋਂ ਫਿਰ ਵੀ ਨਵੇਂ ਮੁੰਡੇ ਨਿਕਲ ਵੀ ਰਹੇ ਨੇ। ਓਕੇ, ਇਹ ਨਹੀਂ, ਨਿਰਾਸ਼ ਨਹੀਂ ਹੋਣਾ, ਨਵੇਂ ਮੁੰਡੇ ਨਿਕਲ ਵੀ ਰਹੇ ਨੇ। ਉਹ ਨਿਕਲ ਰਹੇ ਨੇ ਜਿਹੜੇ ਕਿ ਉਸ ਸੰਸਥਾ ਦੇ ਵਿੱਚ ਜਾਣਾ ਇੱਕ ਆਪਣੀ ਜ਼ਿੰਮੇਵਾਰੀ ਜੀ ਸਮਝਦੇ ਨੇ, ਪਰ ਉਸ ਤੋਂ ਦੂਰ ਰਹਿੰਦੇ ਨੇ, ਕਿਉਂਕਿ ਉਹ ਦੂਰ ਰਹਿਣ ਕਰਕੇ ਉਹ ਕੁਝ ਸਿੱਖਦੇ ਵੀ ਨੇ। ਉਹ ਪੜ੍ਹਦੇ ਵੀ ਨੇ, ਪੜ੍ਹਦੇ ਵੀ ਨੇ। ਨਵੇਂ ਮੁੰਡੇ ਪਿਛਲੇ ਦਿਨਾਂ ਵਿੱਚ ਜਿਨ੍ਹਾਂ ਨੂੰ ਯੁਵਾ ਸਾਹਿਤ ਅਕਾਡਮੀ ਦਾ ਅਵਾਰਡ ਮਿਲਿਆ, ਐਸੀ ਗੱਲ ਨਹੀਂ, ਉਹਨਾਂ ਦੀ ਰਚਨਾਵਾਂ ਦੇ ਵਿੱਚ ਸੰਭਾਵਨਾ ਨਹੀਂ, ਪਰ ਉਹ ਜਿਹੜੇ ਨਵੇਂ ਨੇ ਉਹ ਸੰਸਥਾਵਾਂ ਦੀ ਦੇਣ ਨਹੀਂ, ਉਹ ਆਪਣੀ ਦੇਣ ਨੇ। ਮੈਂ ਉਹੀ ਤੇ ਕਹਿ ਰਿਹਾ ਹਾਂ, ਫਿਰ ਉਹਨਾਂ ਦੀ ਰੈਲੇਵੈਂਸ ਕੀ ਰਹਿ ਗਈ? ਬੰਦਾ ਜਿਹੜਾ ਇੱਕ ਬੰਦਾ ਸੋਚਦਾ ਆ, ਇੱਕ ਮੇਰੇ ਵਰਗਾ ਜਿਹਨੂੰ ਸ਼ਾਇਦ ਨਾ ਸਮਝ ਹੋਵੇ, ਅਗਲਾ ਇਹ ਸੋਚਦਾ ਫਲਾਣੀ ਸੰਸਥਾ ਨੇ, ਫਲਾਣੀ ਸਾਹਿਤ ਸਭਾ ਨੇ ਆਹ ਲੇਖਕ ਦਾ ਸਨਮਾਨ ਕੀਤਾ ਜਾਂ ਆਹ ਮੁਸ਼ਾਇਰਾ ਕੀਤਾ, ਆਹ ਲੇਖਕ ਉਹ ਚਾਹੇ ਮੈਂ ਉਹਨੂੰ ਪੜ੍ਹਾਂ, ਪੜ੍ਹ ਕੇ ਫਿਰ ਪਤਾ ਲੱਗਦਾ ਉਹ 'ਚ ਕੁਛ ਨਹੀਂ ਸੀਗਾ, ਤਾਂ ਫਿਰ
ਮਿਆਰਾਂ ਨੂੰ ਟੈਸਟ ਕਰਨ ਦਾ ਜਿਹੜਾ ਪੈਮਾਨਾ ਆ ਉਹ ਕੌਣ ਬਣਾਊ ਫਿਰ? ਨਹੀਂ, ਇੱਕ ਉਹ ਕਾਰਨ ਇਹ ਹੈ, ਉਹ ਜਿਹੜੇ ਜਿਨ੍ਹਾਂ ਦੀ ਮੈਂ ਗੱਲ ਕਰਦਾ, ਜਿਹੜੇ ਮਿਹਨਤ ਕਰਦੇ ਨੇ, ਉਹ ਜ਼ਰੂਰ ਲਿਖਦੇ ਪੰਜਾਬੀ 'ਚ ਨੇ, ਪਰ ਉਹਨਾਂ ਦਾ ਰਿਸ਼ਤਾ ਜਿਹੜਾ ਹੈਗਾ ਦੂਜੀਆਂ ਭਾਸ਼ਾਵਾਂ ਨਾਲ ਜੁੜਿਆ ਹੈਗਾ। ਜਿੱਥੋਂ ਤੱਕ ਸੁਭਾਵਾਂ 'ਚ ਜਾਣ ਦੀ ਗੱਲ, ਸੁਭਾਵਾਂ 'ਚ ਤਾਂ ਜਾਣ ਦੀ ਇਹ ਗੱਲ ਹੈ ਵੀ ਜਿਵੇਂ ਮੈਂ ਜਿਹੜੀ ਭਾਸ਼ਾ ਇੱਕ ਵਰਤ ਰਿਹਾ ਕਿ ਜਿਵੇਂ ਫਰਜ਼ ਆਪਾਂ ਗਲੀ ਦੇ ਵਿੱਚ 40 ਘਰ ਨੇ, ਆਪਾਂ ਗਲੀ ਦੇ ਵਿੱਚ ਇੱਕ ਕਿਸੇ ਪਰਿਵਾਰ ਦੇ ਕਿਸੇ ਮੈਂਬਰ ਦੀ ਡੈਥ ਹੋ ਜਾਂਦੀ ਹੈ, ਆਪਾਂ ਨੂੰ ਉਹਨਾਂ ਨਾਲ ਕੋਈ ਰਿਸ਼ਤਾ ਨਹੀਂ, ਪਰ ਆਪਾਂ ਇੱਕ ਉਹੀ ਚਲੇ ਜਾਂਦੇ ਵੀ ਚਲੋ ਫਿਰ ਵੀ ਇੱਕ ਸਮਾਜ ਦੇ ਹਿੱਸਾ ਹੈ ਵੀ ਆਪਾਂ ਉਹਦੇ ਭੋਗ ਤੇ ਵੀ ਚਲੇ ਜਾਂਦੇ ਆ ਤੇ ਉਹ ਆਰਾਮ ਬਾਗ ਜਿੱਥੇ ਉਹਨੂੰ ਫੂਕਣ ਜਾਂਦੇ ਉੱਥੇ ਵੀ ਚਲੇ ਜਾਂਦੇ ਆ। ਸੁਭਾਵਾਂ ਇਹ ਰੋਲ ਅਦਾ ਕਰਦੀਆਂ ਨੇ। ਸੁਭਾਵਾਂ ਦੇ ਵਿੱਚ ਜਿਹੜੇ ਉੱਥੋਂ ਦੇ ਫੂਕਣ ਦਾ ਰੋਲ ਜ਼ਿਆਦਾ ਅਦਾ ਹੋਇਆ, ਬਟ ਉਹ ਮਤਲਬ ਉਹਨੂੰ ਐ ਵੀ ਕੋਈ ਨਿਰਾਸ਼ ਨਾ ਹੋ ਜੇ, ਕਿਉਂਕਿ ਕਾਰਨ ਤਾਂ ਇਹ ਹੈ ਨਾ ਕਿ ਬੰਦੇ ਸਾਰੇ ਸੌਫਟ ਕਾਰਨਰ ਭਾਲਦੇ ਆ, ਕੋਈ ਬੰਦਾ ਕਿਸੇ ਨਾਲ ਨਹੀਂ। ਪਰ ਫਿਰ ਸਾਹਿਤ ਸਭਾ ਦੇ ਸਾਥ ਦੇ ਵਿੱਚ ਫਰਕ ਕੀ ਰਹਿ ਗਿਆ? ਉਹਦਾ ਕੋਈ ਦੇਣ ਹੀ ਨਹੀਂ ਹੈ। ਸਾਹਿਤ ਸਭਾ, ਮੈਨੂੰ ਦੱਸੋ ਕਿਸੇ ਵੀ ਸਾਹਿਤ ਸਭਾ ਨੇ ਕੋਈ ਰਾਈਟਰ ਪੈਦਾ ਕੀਤਾ ਹੋਵੇ ਜਾਂ ਅਸੀਂ, ਪਰ ਅਸਲ ਮੈਂਡੇਟ ਇਹ ਨਹੀਂ ਹੋਣਾ ਚਾਹੀਦਾ ਕਿਸੇ ਸਾਹਿਤ ਸਭਾ ਦਾ? ਨਹੀਂ, ਹੋਣਾ ਤਾਂ ਬਹੁਤ ਕੁਝ ਚਾਹੀਦਾ ਹੈ, ਲੇਕਿਨ ਕਾਰਨ ਇਹ ਵੀ ਸਾਹਿਤ ਸਭਾ ਜਿਹੜੀ ਹੈਗੀ ਆਪਣੇ ਜਿਹੜਾ ਉਹਨਾਂ ਦਾ ਮੋਟਿਵ ਹੈ ਉਸ ਤਾਂ ਭੱਜੇ ਹੋਏ ਨੇ। ਜੇ ਤੁਸੀਂ ਸਾਹਿਤ ਸਭਾਵਾਂ ਦੀ ਦੇਖੀ ਗੱਲ, ਆਪਾਂ ਮੈਂ ਹੀਰ ਵਾਰਿਸ ਦੀ ਗੱਲ ਲੈਦਾ, ਵਾਰਿਸ ਸ਼ਾਹ ਸੀ ਜਿਹੜਾ, ਉਹਦੀ ਕਦੋਂ ਕਿਹੜੀ ਉਹਨੇ ਕਿਤਾਬ ਰਿਲੀਜ਼ ਕਰਾਈ ਸੀ, ਹੁਣ ਤਾਂ ਪਤਾ ਵੀ ਨਹੀਂ ਵਿਚਾਰੇ ਨੂੰ ਕੌਣ ਮੇਰੇ ਤੇ PhD ਕਰ ਰਿਹਾ ਹੈ, ਕੌਣ ਮੈਨੂੰ ਪੜ੍ਹ ਰਿਹਾ ਹੈਗਾ। ਬੁੱਲੇ ਸ਼ਾਹ ਨੂੰ ਕਿਹੜਾ, ਜਿਹੜੇ ਮਿਲ ਕੇ ਕਹਿੰਦਾ, ਮੈਂ ਤੁਹਾਨੂੰ ਇਹ ਹੈਰਾਨ ਤੁਸੀਂ ਮੰਨੋਗੇ, ਮੈਂ ਪਿਛਲੇ ਦਿਨਾਂ ਵਿੱਚ ਇਹ ਗੱਲ ਪੜ੍ਹੀ ਵੀ ਮੁਨਸ਼ੀ ਪ੍ਰੇਮ ਚੰਦ ਦੀ ਕੋਈ ਕਿਤਾਬ ਰਿਲੀਜ਼ ਨਹੀਂ ਹੋਈ ਕਿਤੇ ਵੀ। ਬਿਲਕੁਲ, ਕੋਈ ਕਿਤਾਬ ਉਹਦੀ ਰਿਲੀਜ਼ ਨਹੀਂ ਹੋਈ। ਕਿਉਂਕਿ ਕਾਰਨ ਕੀ ਹੈ, ਕਿਉਂਕਿ ਜਦੋਂ ਦੇਖੋ ਦੋ ਕੰਮ ਹੋ ਸਕਦੇ, ਜਾਂ ਤਾਂ ਤੁਸੀਂ ਲਿਖਣ ਦਾ ਕੰਮ ਕਰੋ ਜਾਂ ਤੁਸੀਂ ਆਪ ਦੀ ਪਬਲਿਸਿਟੀ ਕਰੋ। ਹੁਣ ਬੰਦੇ ਲਿਖਣ ਦਾ ਕੰਮ ਤਾਂ ਭੁੱਲ ਚੁੱਕੇ ਨੇਗੇ, ਚਰਚਾ ਤੇ ਜ਼ੋਰ ਹੈ, ਤਾਂ ਉਸੇ ਚੀਜ਼ ਦਾ ਉਹਨਾਂ ਨੂੰ ਫਿਕਰ ਹੈ। ਆਖਰੀ 2 ਮਿੰਟ ਨੇ, ਹੁਣ ਮੈਨੂੰ ਇਹ ਦੱਸੋ ਵੀ ਜਦੋਂ ਅਸੀਂ ਅੱਜ ਜੇ ਪੜ੍ਹਨਾ ਚਾਹੀਏ, ਜੇ ਅਸੀਂ ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹੀਏ ਫਲਾਣੀ ਚੀਜ਼ ਪੜ੍ਹੋ, ਹੁਣ 1-2 ਚੀਜ਼ਾਂ ਦੱਸ ਕੇ ਤੇ ਇਹ ਨਹੀਂ ਹੋ ਜਾਣਾ ਕਿ ਉਹਨਾਂ ਨੂੰ ਸਾਰੀ ਉਮਰ ਵਾਸਤੇ ਪਤਾ ਲੱਗ ਜਾਏ ਵੀ ਆਹੀ ਕਿਤਾਬਾਂ ਪੜ੍ਹੀ ਜਾਓ, ਤਾਂ ਉਹ ਕੀ ਧਿਆਨ 'ਚ ਰੱਖਣ, ਕਿੱਦਾਂ ਚੰਗਾ ਸਾਹਿਤ ਲੱਭਣ ਜਿਹੜਾ ਸਮਾਜ ਦੀ ਮਦਦ ਵੀ ਕਰ ਸਕੇ, ਸੇਧ ਵੀ ਦੇ ਸਕੇ ਤੇ ਚੰਗੇ ਮਿਆਰੀ ਲੇਖਣੀ ਦਾ ਉਹ ਸਬੂਤ ਵੀ ਹੋਵੇ? ਬਿਲਕੁਲ, ਇਹ ਬਹੁਤ ਵੱਡਾ ਸੰਕਟ ਹੈ ਇਸ ਸਮੇਂ। ਸੰਕਟ ਇਹ ਹੈ ਕਿ ਕੀ ਪੜ੍ਹਿਆ ਜਾਵੇ ਤੇ ਕਿਉਂ ਪੜ੍ਹਿਆ ਜਾਵੇ। ਆਖਰੀ ਸੁਨੇਹਾ ਹੁਣ ਦੱਸੋ ਕੀ ਦੋ? ਬਹੁਤ ਵੱਡਾ ਸੰਕਟ ਹੈ ਵੀ ਕੀ ਪੜ੍ਹਿਆ ਜਾਵੇ ਤੇ ਕਿਉਂ ਪੜ੍ਹਿਆ ਜਾਵੇ। ਕਾਰਨ ਕੀ ਹੈ ਵੀ ਸਾਨੂੰ ਕੋਈ ਦੱਸਣ ਵਾਲਾ ਨਹੀਂ ਹੈਗਾ। ਬਿਲਕੁਲ, ਉਹਦੇ ਵਿੱਚ ਇਹ ਹੈ ਵੀ ਜਦੋਂ ਅਸੀਂ ਸ਼ੁਰੂਆਤ ਕਰਦੇ ਹਾਂ ਵੀ ਜਿਹੜੇ ਸਾਡੇ ਸਥਾਪਤ ਸਾਡੇ ਰਚਨਾਕਾਰ ਹੋਏ ਨੇ, ਕਿਉਂਕਿ ਜਿਹੜੇ ਸਥਾਪਤ ਹੋਏ ਨੇ ਉਹ ਇੱਕ ਦਿਨ 'ਚ ਸਥਾਪਤ ਨਹੀਂ ਹੋਏ। ਬਿਲਕੁਲ, ਜਦੋਂ ਅਸੀਂ ਸਥਾਪਤ ਰਚਨਾਕਾਰ ਨੂੰ ਪੜ੍ਹਦੇ ਹਾਂ ਤਾਂ ਪੜ੍ਹਦੇ ਪਾਠਕ ਵਰਗ ਵੀ ਸਿਆਣਾ ਹੋ ਜਾਂਦਾ। ਕਹਿੰਦੇ ਨੇ ਨਾ, ਮੈਂ ਤੁਹਾਡੇ ਆਪਣੇ ਸਟੈਂਡਰਡ ਚੇਂਜ ਹੋ ਜਾਂਦੇ। ਹਾਂਜੀ, ਪਾਠਕ ਜਿਹੜਾ ਹੁੰਦਾ ਹੈ ਉਹ ਸੁਨਿਆਰ ਹੁੰਦਾ ਹੈ, ਜਿਵੇਂ ਸੁਨਿਆਰ ਨੂੰ ਸਮਾਜ ਜਿਵੇਂ ਸੁਨਿਆਰ ਹੁੰਦਾ ਨਾ, ਪਾਠਕ ਕੀ ਕਰਦਾ, ਉਹ 2-3 ਪੇਜ ਪੜ੍ਹਦਾ, ਜੋ ਦੇਖਦਾ ਵੀ ਹਾਂ ਉਹਨੂੰ ਪਤਾ ਵੀ ਇਹ 'ਚ ਕੋਈ ਦਮ ਜਾਂ ਨਹੀਂ, ਉਹ ਚੱਕ ਕੇ ਪਰਾਂ ਰੱਖ ਦੂਗਾ, ਹਨਾ। ਕਿਉਂਕਿ ਕਿਤਾਬ ਤਾਂ ਉਹੀ ਵਿਕੇਗੀ, ਉਹੀ ਪੜੂਗਾ ਜਿਹ 'ਚ ਦਮ ਹੋਊਗਾ। ਸੋ ਕਲਾਸੀਕਲ ਤੋਂ ਸ਼ੁਰੂ ਹੋ ਜਾਓ, ਤੁਹਾਡਾ ਕਹਿਣ ਦਾ ਮਤਲਬ ਹੈ? ਨਹੀਂ, ਕਲਾਸੀਕਲ ਨਹੀਂ, ਤੁਹਾਡੇ ਆਪ ਦੇ ਵਿਰਸੇ 'ਚ ਬਹੁਤ ਸਾਰੀਆਂ ਕਿਤਾਬਾਂ ਨਹੀਂ। ਤੁਸੀਂ ਜਦੋਂ ਪੜ੍ਹਦੇ ਹੋ, ਤੁਸੀਂ ਹੁਣ ਸਮਝੇ ਨਹੀਂ, ਹੁਣ ਬੱਚੇ ਨੇ ਪਰ ਦੇਖੋ ਬਹੁਤ ਸਾਰੇ ਗੀਤ ਆਉਂਦੇ ਨੇ ਬੱਚਿਆਂ ਦੇ ਜਿਹੜੇ ਕਿ ਉਹ ਜੱਟ ਤੋਂ ਸ਼ੁਰੂ ਹੁੰਦੇ ਨੇ, ਜੱਟਾਂ ਦੇ ਖਤਮ ਹੋ ਜਾਂਦੇ ਨੇਗੇ, ਸਮਝ ਗਏ ਨਾ। ਹੁਣ ਇੱਕ ਜਿਹੜਾ ਸਿਆਣਾ, ਜੇ ਤਾਂ ਜਵਾਕ ਹੀ ਲੁੱਲ ਹੈ, ਉੱਚੀ ਫਸਿਆ ਹੋਏਗਾ, ਉਹ ਤਾਂ ਆਪਾਂ ਕੁਝ ਕਰ ਨਹੀਂ ਸਕਦੇ, ਪਰ ਉਹ ਹੌਲੀ ਕਰਤੇ ਜਦੋਂ ਥੋੜੇ ਟਰਨ ਕਰੂਗਾ ਨਾ, ਜਦੋਂ ਥੱਕ ਜੂ ਉਹਨੂੰ ਸੁਣ ਕੇ, ਹਾਂ ਉਹਨੂੰ ਪਤਾ ਲੱਗ ਜੂ ਵੀ ਨਹੀਂ ਇਹਨਾਂ ਚੀਜ਼ਾਂ 'ਚ ਦਮ ਨਹੀਂ ਹੈਗਾ, ਅਸਲੀ ਮੁੱਦੇ ਇਹ ਨੇਗੇ। ਕਿਉਂਕਿ ਮੈਂ ਇਹ ਕਹਿਣਾ ਵੀ ਜਿਵੇਂ ਫਿਰ ਨਾਨਕ ਸਿੰਘ ਹੈ, ਨਾਨਕ ਸਿੰਘ ਵਰਗਾ ਨੂੰ ਅੱਜ ਦੀ ਨਵੀਂ ਜਨਰੇਸ਼ਨ ਕਹਿੰਦੀ, ਉਹਨਾਂ ਦੇ ਸਬਜੈਕਟ ਅੱਜ ਰੈਲੇਵੈਂਟ ਨਹੀਂ ਹੈਗੇ, ਪਰ ਉਹਨਾਂ ਨੇ ਪਾਠਕ ਵਰਗ ਪੈਦਾ ਕੀਤਾ, ਹਨਾ। ਉਹ ਉਹਨਾਂ ਨੇ ਪਾਠਕ ਵਰਗ ਪੈਦਾ ਕੀਤਾ, ਤਾਂ ਅੱਜ ਉਹੀ ਪਾਠਕ ਦੀ ਮੈਂ ਗੱਲ ਕਰ ਰਿਹਾ ਵੀ ਉਹ ਪਾਠਕ ਜਿਹੜਾ ਹੈਗਾ ਉਹਨੇ ਇੱਕ ਆਪਣੀ ਪ੍ਰੈਕਟਿਸ ਖੁਦ ਵਿਊ ਬਣਾਉਣਾ। ਉਹਨੇ, ਅਸੀਂ ਫਿਲਮਾਂ ਦੇਖਦੇ ਇੱਕ ਵਿਊ ਬਣਾ ਲੈਂਦੇ ਆ, ਐ ਕਿਤਾਬਾਂ ਪੜ੍ਹਦੇ ਇੱਕ ਵਿਊ ਬਣਾ ਲੈਂਦੇ ਆ, ਚੈਨਲ ਦੇਖਦੇ ਇੱਕ ਚੈਨਲ ਵੀ ਦੇਖ ਲੈਂਦੇ ਆ ਵੀ ਇਹ ਕੀ ਕਹਿੰਦਾ ਹੈ, ਦੂਸਰਾ ਕੀ ਕਹਿੰਦਾ ਹੈਗਾ। ਉਹਦੇ ਵਿੱਚ ਤੁਹਾਨੂੰ ਕਿਸੇ ਨੇ ਸਮਝਾਉਣ ਨਹੀਂ ਆਉਣਾ ਹੈਗਾ, ਤੁਸੀਂ ਆਪਦੀ ਪ੍ਰੈਕਟਿਸ ਸਿੱਖਣਾ ਹੈ। ਉਹ ਪ੍ਰੈਕਟਿਸ ਸਿੱਖਣ ਵਾਲਾ ਬੰਦਾ ਪਰਫੈਕਟ ਹੁੰਦਾ। ਸੋ ਉਹ ਜਿਹੜੀ ਪ੍ਰੈਕਟਿਸ ਕਰਾਉਣ ਦੀ ਜ਼ਿੰਮੇਵਾਰੀ ਇੱਕ ਹੱਦ ਤੱਕ ਮਾਪਿਆਂ ਦੀ ਜ਼ਰੂਰ ਰਹੇਗੀ, ਔਰ ਇਹ ਜ਼ਿੰਮੇਵਾਰੀ ਲੈਣੀ ਪੈਣੀ ਆ, ਕਿਉਂਕਿ ਜਦੋਂ ਜਿਹੜੇ ਮਾਹਰ ਬੈਠੇ ਨੇ, ਜਿਨ੍ਹਾਂ ਨੇ ਦਹਾਕਿਆਂ ਬੱਧੀ ਸਮਾਂ ਸਾਰੀ ਜ਼ਿੰਦਗੀ ਗੁਜ਼ਾਰਤੀ ਸਾਹਿਤ ਦੇ ਵਿੱਚ, ਜਦੋਂ ਉਹ ਖੁਦ ਮੰਨ ਰਹੇ ਨੇ ਕਿ ਨਾ ਤਾਂ ਸਾਹਿਤ ਸਭਾਵਾਂ ਨੇ ਜ਼ਿੰਮੇਵਾਰੀ ਲੈਣੀ ਆ ਤੇ ਨਾ ਬਹੁਤ ਹੀ ਵੱਡੀ ਗਿਣਤੀ 'ਚ ਲੇਖਕਾਂ ਨੇ ਲੈਣੀ, ਤਾਂ ਜਿਨ੍ਹਾਂ ਨੇ ਲੈਣੀ ਆ ਉਹਨਾਂ ਨੂੰ ਪਰਖਣਾ ਖੁਦ ਸਾਡੀ ਜ਼ਿੰਮੇਵਾਰੀ ਵੀ ਕੁਝ ਹੋ ਜਾਂਦੀ। ਅਸੀਂ ਹਮੇਸ਼ਾ ਬੁੱਧੀਜੀਵੀ ਵਰਗ ਦੇ ਉੱਤੇ ਸਭ ਕੁਝ ਨਹੀਂ ਸਿੱਟ ਸਕਦੇ, ਬੁੱਧੀਜੀਵੀ ਵਰਗ ਸਾਡਾ ਆਪਣਾ ਹੀ ਹੈ, ਤੇ ਜੇ ਉਹ ਖੁਦ ਨੂੰ ਸੈਪਰੇਟ ਸਾਡੇ ਤੋਂ ਕਰ ਰਿਹਾ ਤਾਂ ਸ਼ਾਇਦ ਇਹਦੇ ਵਿੱਚ ਇੱਕ ਕਾਰਨ ਇਹ ਵੀ ਹੁੰਦਾ ਕਿ ਇੱਕ ਸਮਾਜ ਦੇ ਤੌਰ ਤੇ ਅਸੀਂ ਵੀ ਉਹਦੀ ਕਦਰ ਨਹੀਂ ਕੀਤੀ। ਸੋ ਜ਼ਿੰਮੇਵਾਰੀ ਦੋਵੇਂ ਪਾਸੇ ਆਏਗੀ ਔਰ ਮਿਹਨਤ ਦੋਵਾਂ ਪਾਸਿਆਂ ਨੂੰ ਕਰਨੀ ਪਏਗੀ, ਬਣਿਆ ਬਣਾਇਆ ਨਹੀਂ ਪਰੋਸਿਆ ਜਾਏਗਾ ਕਿਸੇ ਦੇ ਕੋਲ। ਮੈਨੂੰ ਲੱਗਦਾ ਕਿ ਇਹ ਗੱਲ ਸਾਨੂੰ ਸਮਝ ਲੈਣੀ ਚਾਹੀਦੀ ਹੈ। ਬਿਲਕੁਲ ਕ੍ਰਾਂਤੀ ਭਾਜੀ, ਬਹੁਤ ਬਹੁਤ ਸ਼ੁਕਰੀਆ, ਤੁਸੀਂ ਪਰਸਨਲ ਟ੍ਰਿਪ ਤੇ ਆਇਆ ਹੋਇਆ ਨੇ ਇੱਥੇ ਸਾਡੇ ਲਈ ਸਮਾਂ ਕੱਢਿਆ, ਬਹੁਤ ਧੰਨਵਾਦ। ਇੱਜ਼ਤ ਮਾਣ ਦਿੱਤਾ ਤੁਸੀਂ ਮੈਨੂੰ, ਦਿੱਤਾ ਮੇਰੀ ਯੂਨੀਵਰਸਿਟੀ ਨੂੰ, ਮੋਸਟ ਵੈਲਕਮ ਭਾਜੀ। ਔਰ ਅਗਲੇ ਐਪੀਸੋਡ ਦੇ ਵਿੱਚ ਫਿਰ ਕਿਸੇ ਹੋਰ ਮੁੱਦੇ ਦੇ ਨਾਲ ਹਾਜ਼ਰ ਹੋਵਾਂਗੇ। ਫਿਲਹਾਲ ਇਜਾਜ਼ਤ ਦਿਓ।